ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਦਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਮੈਂ ਸਵਰਨ ਸਿੰਘ ਦਾਨੇ ਵਾਲੀਆ ਤੁਹਾਡੇ ਨਾਲ ਬਠਿੰਡਾ ਸਟੂਡੀਓ ਤੋਂ ਇਸ ਵਕਤ ਲਾਈਵ ਜੁੜਿਆ ਹੋਇਆ। ਪ੍ਰੋਗਰਾਮ ਸ਼ਮਾਦਾਨ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਜਗਜੀਤ ਸਿੰਘ ਲੰਡਨ ਵੱਲੋਂ, ਸਦਾ ਬਲਬੀਰ ਸਿੰਘ ਉਸਮਾਨਪੁਰ, ਹਰਜਾਪ ਸਿੰਘ ਹੋਰੀ ਬੇਕਰਸਫੀਲਡ ਤੋਂ, ਜਸਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵੀ ਬੇਕਰਸਫੀਲਡ ਤੋਂ, ਬਾਈ ਬਲਜੀਤ ਸਿੰਘ ਇੰਡੀਅਨੈਪੋਲਿਸ ਤੋਂ, ਤੇ ਹਰਦੀਪ ਸਿੰਘ ਗਿੱਲ ਹੋਰੀ ਸਾਰੇ ਸਾਥੀ ਸਿਆਟਲ ਤੋਂ ਇਸ ਪ੍ਰੋਗਰਾਮ ਨੂੰ ਹਮੇਸ਼ਾ ਹੀ ਸਾਥ ਦਿੱਤਾ ਜੀ। ਮਾਲਵਾ ਬ੍ਰਦਰਸ ਨਿਊਯਾਰਕ ਵੱਲੋਂ ਤੇ ਹੋਰ ਸਾਥੀਆਂ ਵੱਲੋਂ। ਸੋ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਆਪਾਂ ਕੁਛ ਸਪੌਂਸਰਸ ਜਿਹੜੇ ਨੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਰਹਿੰਦਾ ਹੈ, ਉਹਨਾਂ ਦੇ ਸੁਨੇਹੇ ਵੀ ਤੁਹਾਨੂੰ ਦੇ ਦਈਏ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਜਿਹੜੇ ਰੀਫਰ ਦੇ ਰਿਪੇਅਰ ਦੇ ਵਿੱਚ ਮਾਹਰ ਨੇ, ਅਤੇ ਇਹਨਾਂ ਕੋਲੇ 24/7 ਨਵੇਂ ਤੇ ਯੂਜ਼ ਬ੍ਰੈਂਡ ਨਿਊ ਟਾਇਰ ਰਹਿੰਦੇ ਨੇ। DOT ਸੇਫਟੀ ਡੈਫ ਕਲੀਨਿੰਗ ਵੀ ਕਰਦੇ ਨੇ। ਰੈਜ਼ੀਡੈਂਸੀ ਰੋਡ ਮਨਾਸਸ ਤੇ ਇਹਨਾਂ ਦੀ ਲੋਕੇਸ਼ਨ ਹੈ। 8043728800 ਤੇ ਤੁਸੀਂ ਇਹਨਾਂ ਨਾਲ ਕਾਲ ਕਰਕੇ ਰੇਡੀਓ ਪੰਜਾਬ ਟੁਡੇ ਦਾ ਹਵਾਲਾ ਦੇ ਕੇ ਅਪਾਇੰਟਮੈਂਟ ਬਣਾਓ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਐਵੀਨਿਊ ਇੰਡੀਅਨੈਪੋਲਿਸ। ਫੋਨ ਨੰਬਰ ਹੈ 3179797205। ਇਹਨਾਂ ਕੋਲੇ ਹਮੇਸ਼ਾ ਯੂਜ਼ਡ ਬ੍ਰੈਂਡ ਨਿਊ ਟਾਇਰ ਰਹਿੰਦੇ ਨੇ। DOT ਸੇਫਟੀ ਕਰਦੇ ਆ, ਟੋ ਟਰੱਕ ਦਾ ਇੰਤਜ਼ਾਮ ਹੈ। ਤੁਸੀਂ ਨਵਾਂ ਬਿਜ਼ਨਸ ਖੋਲ੍ਹਿਆ ਜੀ ਅਤੇ ਤੁਹਾਨੂੰ ਅਕਾਊਂਟਸ ਮੇਨਟੇਨ ਕਰਨ ਦੇ ਲਈ ਮਦਦ ਚਾਹੀਦੀ ਹੈ, ਅਸਿਸਟੈਂਟ ਚਾਹੀਦੀ ਹੈ, ਤਾਂ ਹਮੇਸ਼ਾ ਲੋਕਪਾਲ ਸਿੰਘ ਸੋਹਲ ਅਤੇ ਮਹਿੰਦਰ ਸਿੰਘ ਸੋਹਲ ਹੋਰਾਂ ਨੂੰ ਯਾਦ ਰੱਖੋ। 2535208886 ਦੇ ਉੱਤੇ ਕਾਲ ਕਰੋ। ਲੋਕੇਸ਼ਨ ਹੈ 24915104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਘਰੇ ਕੋਈ ਫੰਕਸ਼ਨ ਹੈ, ਵਿਆਹ ਸ਼ਾਦੀ ਹੈ, ਜਾਂ ਫਿਰ ਮਨ ਕੀਤਾ ਖਾਣਾ ਖਾਣਾ ਤਾਂ ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ 'ਤੇ ਜਾਓ। ਲੋਕੇਸ਼ਨ ਹੈ 23609104 ਐਵੀਨਿਊ ਕੈਂਟ। ਫੋਨ ਨੰਬਰ ਹੈ 2063531699। ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਤਾਂ ਗੁਰਿੰਦਰ ਗਰੇਵਾਲ ਹੋਰਾਂ ਦਾ ਨਾਂ ਯਾਦ ਰੱਖੋ 2069415454 ਦੇ ਉੱਤੇ। ਹਰਮਿੰਦਰ ਗਿੱਲ ਹੋਰਾਂ ਡਾਕਟਰ ਹਰਮਿੰਦਰ ਗਿੱਲ ਨਾਲ ਅਪਾਇੰਟਮੈਂਟ ਬਣਾਉਣ ਦੇ ਲਈ 408737 ਦੇ ਉੱਤੇ ਕਾਲ ਕਰੋ। ਇਹਨਾਂ ਕੋਲੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਦਾ ਵੀ ਇਲਾਜ ਹੈ ਜੀ। ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਸੋ ਸਭ ਤੋਂ ਪਹਿਲਾਂ ਤਾਂ ਢਿੱਲੋਂ ਸਾਹਿਬ, ਆਪਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਨਵਾਂ ਸਾਲ ਚੜ੍ਹਿਆ ਜੀ। ਸਾਰੇ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਕਿਉਂਕਿ ਦੇਸੀ ਮਹੀਨੇ ਦਾ ਪਹਿਲਾ ਦਿਨ, ਸਾਲ ਦਾ ਪਹਿਲਾ ਦਿਨ ਹੈ ਜੀ ਅੱਜ। ਸਿੱਖ ਭਾਈ ਮਤਲਬ ਜੇ ਕਹਿ ਸਕਦੇ ਆਪਾਂ ਸਿੱਖ ਭਾਈਚਾਰੇ ਦਾ ਨਵਾਂ ਸਾਲ ਜਿਹੜਾ ਹੈਗਾ ਅੱਜ ਸ਼ੁਰੂ ਹੁੰਦਾ ਹੈ। ਸੋ ਆਪਾਂ ਗੱਲ ਕਰੀਏ ਜੀ, ਕਈਆਂ ਨੂੰ ਪਾਰਟੀਆਂ ਵੀ ਬਦਲੀਆਂ, ਦਸਤਾਰਾਂ ਦੇ ਰੰਗ ਵੀ ਬਦਲੇ। ਮੇਰੇ ਰੰਗ ਬਦਲਦੇ ਜੇਠ ਦੀਆਂ ਦਸਤਾਰਾਂ ਦੇ, ਕਹਿੰਦਾ, ਪਰ ਉਹ ਦਸਤਾਰਾਂ ਦੇ ਰੰਗ ਬਦਲੇ, ਸਿਰਾਂ ਦੀਆਂ ਟੋਪੀਆਂ ਬਦਲੀਆਂ, ਹੱਥ 'ਚ ਫੁੱਲ ਫੜੇ ਕੰਮ ਨਾ ਆਏ। ਕਹਿੰਦੇ ਵਿਜੀਲੈਂਸ ਦਾ ਭੂਤ ਲਗਾਤਾਰ ਪਿੱਛਾ ਕਰ ਰਿਹਾ, ਘਰਾਂ 'ਚ ਪਹੁੰਚ ਗਿਆ, ਰਾਤ ਨੂੰ ਸੌਣ ਨਹੀਂ ਦਿੰਦਾ। ਕੀ ਕਹੋਗੇ? ਦੇਖੋ ਗੱਲ ਇਹ ਕੋਈ ਕਈ ਤਾਂ ਉਹ ਹੈ ਜਿਨ੍ਹਾਂ ਨੇ ਪੱਗਾਂ ਦੇ ਰੰਗ ਵੀ ਬਦਲ ਲਏ, ਚੋਲਿਆਂ ਦੇ ਰੰਗ ਵੀ ਬਦਲ ਲਏ, ਪਰ ਉਹ ਨਹੀਂ ਖੜਾ ਉਹਨਾਂ ਦਾ ਛੱਡਿਆ। ਲੇਕਿਨ ਕੁਝ ਲੋਕ ਉਹ ਹੈ ਜਿਹੜੇ ਅਜੇ ਤੱਕ ਆਪਦੀ ਪਾਰਟੀ ਦੇ ਨਾਲ ਖੜੇ ਹੈ ਜੀ। ਆਪਣੇ ਕੋਲੇ 2-3 ਜਿਹੜੇ ਹੈਗੇ ਕੇਸ ਹੈ ਇਸ ਨਾਲ ਸੰਬੰਧਿਤ। ਇੱਕ ਤਾਂ ਹੈ ਬੀਬੀ ਸਤਕਾਰ ਕੌਰ ਗਹਿਰੀ। ਉਹ ਤਾਂ ਕੱਲ੍ਹ ਆਪਣੇ ਸਰਦਾਰ ਕੀ ਕਹਿੰਦੇ ਕਮਲਜੀਤ ਸਿੰਘ ਸੰਧੂ ਹੋਰੀ ਕਹਿੰਦੇ ਆਪਣੇ ਰੇਡੀਓ 'ਤੇ ਹੀ ਗੱਲ ਕੀਤੀ। ਸੁੱਖੀ ਰੰਧਾਵਾ ਜਦੋਂ ਮਿਨਿਸਟਰ ਸੀ ਉਦੋਂ ਉਹਨਾਂ ਨੂੰ ਲਿਆ ਸੀ, ਹਾਂਜੀ ਜੀ, ਸੁਸਾਇਟੀਆਂ ਦੇ ਵਿੱਚ ਚੰਗਾ ਗਾਹ ਪਾਇਆ ਸੀ। ਕਹਿੰਦੇ ਉਸੇ ਦਾ ਪ੍ਰਤਾਪ ਆ। ਕਹਿੰਦੇ ਹੁਣ ਜਾ ਕੇ ਅਸਰ ਤਾਂ ਹੋਇਆ ਪਰ ਲੇਟ ਹੋ ਗਿਆ। ਕਹਿੰਦੇ ਚਲੋ ਲੇਟ ਹੋ ਜਾਂਦਾ ਕਈ ਵਾਰੀ, ਪਰ ਉਹ ਹੁਣ ਜਿਹੜਾ ਕਾਫੀ ਕੁਛ ਹੈ। ਕਹਿੰਦੇ ਰੇਤੇ ਵਾਲਾ ਕੰਮ ਵੀ ਬੋਲਦਾ ਹੈ, ਬੋਲੂਗਾ ਜੀ ਉਹ ਤਾਂ। ਹਾਂ, ਰੇਤਾ ਵੀ ਬੋਲਦਾ, ਰੇਤੇ ਵਾਲਾ ਮਾਮਲਾ ਹੈ। ਇੱਕ ਤਾਂ ਉਹਨੂੰ ਕੱਲ੍ਹ ਵਿਜੀਲੈਂਸ ਵਾਲਿਆਂ ਨੇ ਥੋੜ੍ਹਾ ਜਿਹਾ ਜਾ ਕੇ ਮਤਲਬ ਯਾਦ ਕਰਾਇਆ ਵੀ ਭਾਈ ਸਰਕਾਰਾਂ ਬਦਲ ਜਾਂਦੀਆਂ, ਬੰਦਾ ਖੁਸ਼ ਹੁੰਦਾ ਹੈ। ਤੇ ਉਸ ਬੀਬੀ ਨੇ ਵੀ ਦੁਪੱਟੇ ਦਾ ਰੰਗ ਬਦਲ ਲਿਆ ਸੀ। ਹਾਂ, ਉਹ ਵੀ ਕਿਉਂਕਿ ਟਿਕਟ ਉਹਨੂੰ ਮਿਲੀ ਨਹੀਂ ਸੀ, ਤੇ ਫਿਰ ਉਹਨੇ ਤਿਰੰਗੇ ਦੀ ਬਜਾਏ ਭਗਮਾ ਲੈ ਲਿਆ ਸੀ।
ਦੂਸਰੇ ਜਿਹੜੇ ਹੈਗੇ ਆ ਸਾਡੇ ਗੁਆਂਢ ਦੇ ਵਿੱਚ ਹੀ ਆਪਣੇ ਜ਼ਿਲ੍ਹੇ ਦੇ ਆ ਗੁਰਪ੍ਰੀਤ ਸਿੰਘ ਕਾਂਗੜ, ਕਾਂਗੜ। ਉਹਨਾਂ ਬਾਰੇ ਵਾਰ-ਵਾਰ ਇਹ ਗੱਲ ਆ ਰਹੀ ਹੈ ਕਿ ਵਿਜੀਲੈਂਸ ਵਾਲਿਆਂ ਨੇ ਉਹਨਾਂ ਨੂੰ ਤਲਬ ਕਰ ਲਿਆ। ਲੇਕਿਨ ਮੇਰੀ ਇਨਫੋਰਮੇਸ਼ਨ ਇਹ ਹੈ ਕਿ ਵਿਜੀਲੈਂਸ ਵਾਲਿਆਂ ਨੇ ਹਾਲੇ ਤਲਬ ਨਹੀਂ ਕੀਤਾ। ਹਜੇ ਤਲਬ ਲਾਈ ਹੈ। ਤਲਬ ਤਾਂ ਚਲੋ ਇਹ ਉਸ ਦਿਨ ਤੋਂ ਹੀ ਲੱਗ ਗਈ ਸੀ ਜਿਸ ਦਿਨ ਦਾ ਬਰਿੰਦਰ ਕੁਮਾਰ ਹੋਰੀ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬਣ ਗਏ ਸੀ ਜੀ। ਪਰ ਉਹ ਗੱਲ ਇਹ ਵੀ ਉਹਨਾਂ ਨੇ ਆਪਣਾ ਕਹਿੰਦੇ ਆ ਕੰਮ ਕੁਛ ਸਟਾਰਟ ਕੀਤਾ। ਇਹਨਾਂ ਦੀ ਕਹਿੰਦੇ ਇਨਕੁਆਇਰੀ ਜ਼ਰੂਰ ਵਿਜੀਲੈਂਸ ਵਾਲੇ ਕਰ ਰਹੇ ਹੈ। ਅੱਛਾ। ਇਹ ਇਨਫੋਰਮੇਸ਼ਨ ਮਿਲੀ ਹੈ। ਵੈਸੇ ਕੱਲ ਕੁਝ ਟੀਵੀ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਵੀ ਖਬਰ ਆ ਗਈ ਸੀ ਕਿ ਜੀ ਹੁਣ ਬੁੱਧਵਾਰ ਨੂੰ ਬੁਲਾਇਆ, ਸ਼ਾਇਦ ਕੱਲ ਬੁੱਧਵਾਰ ਹੈ, ਕੋਈ ਸ਼ੁੱਕਰਵਾਰ ਕਹਿੰਦਾ, ਕੋਈ ਕੁਛ ਵਾਰ। ਮੇਰੀ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਜਿਹੜੀ ਗੱਲਬਾਤ ਹੋਈ ਹੈ, ਮੈਂ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਜੀ ਨਹੀਂ ਹਾਲੇ ਤੱਕ ਅਸੀਂ ਕੁਛ ਨਹੀਂ ਬੁਲਾਇਆ ਜੀ, ਸਾਨੂੰ ਜਿਹੜਾ ਕੁਛ ਕਰਨਾ ਚਾਹੀਦਾ ਸੀ ਆਪਦਾ ਉਹ ਕੰਮ ਕਰੀ ਜਾਂਦੇ। ਲੇਕਿਨ ਇੱਕ ਹੋਰ ਜਿਹੜੇ ਹੈਗੇ ਆ ਜਿਹੜੇ ਵਫਾਦਾਰ ਕਾਂਗਰਸੀ ਹੈ ਜੀ, ਉਹਨਾਂ ਦਾ ਨਾਂ ਹੈ ਕੁਲਦੀਪ ਸਿੰਘ ਬੈਦ। ਕੁਲਦੀਪ ਸਿੰਘ ਬੈਦ ਜਿਹੜੇ ਹੈਗੇ ਆ ਜੀ, ਇਹ ਪੰਜਾਬ ਸਿਵਲ ਸਰਵਿਸ ਦੇ ਆਫੀਸਰ ਭਰਤੀ ਹੋਏ ਸੀ, PCS ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਜੀ। PCS ਭਰਤੀ ਹੋ ਕੇ ਬੜੀਆਂ ਵਧੀਆ ਥਾਵਾਂ ਦੇ ਉੱਤੇ ਰਹੇ ਹੈ ਔਰ ਇਹ ਮੋਗੇ ਦੇ ਡਿਪਟੀ ਕਮਿਸ਼ਨਰ ਵੀ ਰਹੇ ਹੈ ਜੀ। ਤੇ ਨਾਲ ਜੇ ਆਪਾਂ ਦੇਖੀਏ ਲੁਧਿਆਣੇ ਦੇ ਵਿੱਚ ਵੀ ਕਹਿੰਦੇ ਇਹ ਚੰਗੀਆਂ ਪੋਸਟਾਂ ਤੇ ਰਹੇ ਹੈ, ਭਾਵੇਂ ਉਹ ਡਿਪਟੀ ਕਮਿਸ਼ਨਰ ਨਹੀਂ ਸੀ, ਛੋਟੀਆਂ ਪੋਸਟਾਂ ਸੀ, ਪਰ ਲੁਧਿਆਣੇ ਦੀ ਛੋਟੀ ਪੋਸਟ ਤੇ ਮੋਗੇ ਦੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਇਹ ਕਈ ਵਾਰੀ ਛੋਟੀ ਪੋਸਟ ਵਾਲਾ ਉੱਪਰ ਦੀ ਟੱਪ ਬਹੁਤ ਉੱਤੇ ਲੰਘ ਜਾਂਦਾ, ਮਾਰ ਜਾਂਦਾ ਛਾਲਾ। ਹਾਂਜੀ, ਉਹ ਛਾਲਾ ਕਈ ਤਹਿਸੀਲਦਾਰ ਨਹੀਂ ਮਾਣ, ਉੱਥੋਂ ਦੇ ਪਟਵਾਰੀ ਨਹੀਂ ਮਾਣ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਫਿਰ ਜਿਹੜੇ ਹੈਗੇ ਜੀ 2016 ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹਕੂਮਤ ਦਾ ਰੰਗ ਬਦਲ ਸਕਦਾ ਹੈ ਜੀ, ਕਾਂਗਰਸ ਪਾਰਟੀ ਦਾ ਦਾਅ ਲੱਗ ਸਕਦਾ। ਉਹਨਾਂ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਾਈ ਪੂਰੀ ਸੀ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀ ਕਿ 2002 ਵਾਲੇ ਕੈਪਟਨ ਅਮਰਿੰਦਰ ਸਿੰਘ ਉਹੀ ਰੰਗ ਦਿਖਾਉਣਗੇ, ਪਰ ਉਹ ਉਗੜਿਆ ਨਹੀਂ। ਹਾਂ, ਉਹ ਰੰਗ ਨਹੀਂ ਉਗੜਿਆ। ਇਹੀ ਕਾਰਨ ਹੈ, ਜੇ ਨਹੀਂ ਉਗੜਿਆ ਤਾਂ ਫਿਰ ਅਗਲਿਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਚੁਣ ਲਿਆ। ਬਿਲਕੁਲ, ਬਾਕੀ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ। ਸੋ ਉਹ ਉਸ ਵੇਲੇ ਆਪਣੀ ਪੋਜੀਸ਼ਨ ਛੱਡ ਕੇ ਤੇ ਆ ਗਏ ਸੀ ਇਹਦੇ 'ਚ ਕਾਂਗਰਸ ਪਾਰਟੀ 'ਚ। ਅੱਛਾ। ਤੇ ਫਿਰ ਇਹਨਾਂ ਨੂੰ ਗਿੱਲ ਕਲਾਂ ਹਲਕੇ ਤੋਂ ਮਿਲ ਗਈ ਸੀ ਟਿਕਟ ਰਿਜ਼ਰਵ ਤੋਂ, ਔਰ ਉੱਥੋਂ ਬਣ ਗਏ ਇਹ MLA। ਤੇ ਸ਼ਾਇਦ ਫਿਰ ਮੇਰਾ ਖਿਆਲ ਆ ਵੀ ਇਹ ਚੇਅਰਮੈਨ ਵੀ ਬਣ ਗਏ ਸੀ ਕਿਸੇ ਕਾਰਪੋਰੇਸ਼ਨ ਦੇ। ਠੀਕ ਹੈ। ਉਹਦੇ 'ਚ ਰਹੇ ਤੇ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਤਾ ਤਾਂ ਉਸ ਵੇਲੇ ਚਰਨਜੀਤ ਸਿੰਘ ਚੰਨੀ ਹੋਰੀ ਚੀਫ ਮਿਨਿਸਟਰ ਬਣ ਗਏ। ਮਤਲਬ ਹੈ ਵੀ ਬੈਦ ਸਾਹਿਬ ਦੀ ਇੱਕ ਤੋਹਫ ਕੀ ਹੈ ਕਿ ਰਹਿੰਦੇ ਉਹ ਸੱਤਾ ਦੇ ਨਾਲ ਹੀ ਹੈ। ਅੱਛਾ। ਸੱਤਾ ਤੋਂ ਬਾਹਰ ਨਹੀਂ ਜਾਂਦੇ, ਪਰ ਕਾਂਗਰਸ ਪਾਰਟੀ ਉਹਨਾਂ ਨੇ ਛੱਡੀ ਨਹੀਂ। ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਹੈਗੇ ਹੈ। ਚੰਨੀ ਸਾਹਿਬ ਨਾਲ ਉਹਨਾਂ ਦਾ ਬੜਾ ਨੇੜ ਸੀ। ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਯਾਦ ਹੋਣਾ ਵੀ ਭਗਵੰਤ ਮਾਨ ਹੋਰਾਂ ਨੇ ਇਸ਼ਾਰਾ ਵੀ ਕਰਤਾ ਸੀ ਜੀ ਕਿ ਉਹ ਤੁਹਾਡੇ ਚੰਨੀ ਸਾਹਿਬ ਤੇ ਚੰਨੀ ਸਾਹਿਬ ਕਰਦਿਆਂ ਵੀ ਕਈ ਉਹਨਾਂ ਦੇ ਨਾਲ ਦੇ ਹੈਗੇ ਹੈ ਜਿਨ੍ਹਾਂ ਦਾ ਅਸੀਂ ਕੰਮ ਕਰ ਰਹੇ ਹਾਂ। ਤੇ ਉਹ ਫਿਰ ਇਹਨਾਂ ਦੇ ਕੰਮ ਸੀ। ਇਹ ਹੁਣ ਪਿਛਲੇ ਕਈ ਦਿਨਾਂ ਤੋਂ ਜੀ ਵਿਜੀਲੈਂਸ ਬਿਊਰੋ ਜਿਹੜੀ ਹੈ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ। ਅੱਛਾ। ਵਿਜੀਲੈਂਸ ਬਿਊਰੋ ਦੇ ਕੋਲ ਜਿਹੜੀ ਇਨਫੋਰਮੇਸ਼ਨ ਸੀ ਉਹ ਇਹ ਸੀ ਕਿ ਇਹਨਾਂ ਦੇ ਕੋਲੇ ਜਿਹੜੀ ਸੋਮਿਆਂ ਤੋਂ ਵੱਧ ਪ੍ਰਾਪਰਟੀ ਹੈ। ਜਿੰਨੀ ਆਮਦਨ ਹੈ, ਆਮਦਨ ਘੱਟ ਹੈ ਤੇ ਪ੍ਰਾਪਰਟੀ ਬੜੀ ਹੈ ਜੀ। ਇਹ ਪ੍ਰਾਪਰਟੀ ਕਿਵੇਂ ਬਣੀ, ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਨੇ ਕੱਲ ਫਿਰ ਪਹਿਲੀ ਵਾਰੀ ਉਹਨਾਂ ਦੇ ਘਰ ਜਾ ਕੇ ਰੇਡ ਕੀਤੀ। ਅੱਛਾ ਜੀ। ਰੇਡ ਕੀਤੀ। ਰੇਡ ਦੇ ਦੌਰਾਨ ਵੀ ਉਹਨਾਂ ਨੂੰ ਕਾਫੀ ਕੁਝ ਮਿਲਿਆ, ਉਹ ਆਪਾਂ ਅੱਗੇ ਗੱਲ ਕਰਦੇ ਹਾਂ। ਲੇਕਿਨ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਕੋਠੀ, ਉਹਦੀ ਪਰਮੈਸ਼ ਕੀਤੀ ਜੀ। ਕੋਠੀ ਦੇ ਉੱਤੇ ਕਿੰਨਾ ਕੁ ਖਰਚਾ ਆਇਆ ਇਹ ਦੇਖਿਆ। ਸਰਾਭਾ ਨਗਰ ਦੇ ਵਿੱਚ ਕੋਠੀ ਹੈ ਦਾਨੇਵਾਲੀਆ ਸਾਹਿਬ। ਮੇਰੇ ਖਿਆਲ ਸਰਾਭਾ ਨਗਰ ਮਹਿੰਗੇ ਇਲਾਕਿਆਂ ਚੋਂ ਸਭ ਤੋਂ ਜੀ ਪੌਸ਼, ਸਭ ਤੋਂ ਪੌਸ਼। ਹਾਂਜੀ। ਲੁਧਿਆਣੇ ਦਾ ਜੇਕਰ 1 ਨੰਬਰ ਤੇ ਗੁਰਦੇਵ ਨਗਰ ਜੀ ਤੇ 2 ਨੰਬਰ ਤੇ ਸਰਾਭਾ ਨਗਰ ਜੀ ਜੀ। ਬਾਕੀ ਤਾਂ ਸਿਵਲ ਲਾਈਨ ਏਰੀਆ ਤਾਂ ਘੁਆਉਂਦਾ ਹੀ ਸੀਗਾ, ਪਰ ਸਿਵਲ ਲਾਈਨ ਪੁਰਾਣਾ ਏਰੀਆ, ਪੁਰਾਣੇ ਲੈਂਡਲੌਰਡ, ਪੁਰਾਣੇ ਵੱਡੇ ਸੇਠ ਉੱਥੇ ਰਹਿੰਦੇ ਆ ਜੀ। ਪਰ ਜਿਨ੍ਹਾਂ ਨੇ ਹੁਣ ਨਵੀਆਂ ਕੋਠੀਆਂ ਪਾਈਏ ਤੇ ਡਿਵੈਲਪ ਪਲੈਨਡ ਏਰੀਆ ਦੇ ਵਿੱਚ ਆ ਗਿਆ, ਉਹ ਸਰਾਭਾ ਨਗਰ ਆ ਗਿਆ। ਹਾਂਜੀ ਹਾਂਜੀ। ਇਹਦੇ ਨਾਲ ਹੀ ਜਿਹੜੀ ਹੈਗੀ ਹੈ ਜੀ ਕੋਠੀ ਦੇ ਨਾਲ ਹੀ ਨੇੜੇ ਨਜ਼ਦੀਕ ਹੈ, ਕਹਿੰਦੇ ਇੱਕ ਢਾਬਾ ਵੀ ਹੈ। ਅੱਛਾ ਜੀ। ਤੇ ਉਹਦੀ ਵੀ ਕਹਿੰਦੇ ਉਹਨਾਂ ਨੇ ਪਰਮੈਸ਼ ਵਗੈਰਾ ਕੀਤੀ ਹੈ। ਲੱਕੀ ਕੈਫੇ ਕਹਿੰਦੇ ਉਹਨੂੰ, ਲੱਕੀ ਕੈਫੇ, ਉਹਦੀ ਵੀ ਵਿਜੀਲੈਂਸ ਵਾਲਿਆਂ ਨੇ ਪੁੱਛ ਪੜਤਾਲ ਕੀਤੀ। ਅੱਛਾ ਜੀ। ਇੰਟਰਸਟਿੰਗ ਗੱਲ ਦਾਨੇਵਾਲੀਆ ਸਾਹਿਬ ਇਹ ਵੀ ਜਦੋਂ ਇਹਨਾਂ ਦੇ ਘਰ ਦੀ 9 ਘੰਟੇ ਵਿਜੀਲੈਂਸ ਨੇ ਤਲਾਸ਼ੀ ਕੀਤੀ ਜੀ, ਤੇ ਉਸ ਤਲਾਸ਼ੀ ਦੇ ਦੌਰਾਨ ਜਿਹੜੀ ਚੀਜ਼ ਮਿਲੀ ਉਹਦੇ ਵਿੱਚ 73 ਬੋਤਲਾਂ ਜਿਹੜੀਆਂ ਜੀ ਮਿਲ ਗਈਆਂ ਸ਼ਰਾਬ ਦੀਆਂ। ਅੱਛਾ। ਜਿਹਦੇ ਵਿੱਚ ਸਕਾਚ ਵੀ ਹੈ, ਆਪਣੀ ਵਿਸਕੀ ਵੀ ਹੈ, ਵਾਈਨ ਵੀ ਹੈ ਤੇ ਬੀਅਰ ਵੀ ਹੈ ਜੀ। ਇਹਨਾਂ ਕੋਲੇ 2 ਲਾਇਸੈਂਸ ਹੈ L50। ਅੱਛਾ। ਉਹ ਤਾਂ ਇੱਕ ਹੁੰਦਾ ਬੰਦੇ ਕੋਲ। ਕੁਲਦੀਪ ਸਿੰਘ ਵੈਦ ਕੋਲੇ ਵੀ ਹੈ ਤੇ ਇਹਨਾਂ ਦੇ ਬੇਟੇ ਕੋਲੇ ਵੀ ਹੈ। ਅੱਛਾ। ਪਰਿਵਾਰ ਦੇ 2 ਬੰਦੇ। ਉਹ ਕਹਿੰਦੇ ਵੀ ਕਾਇਦੇ ਮੁਤਾਬਕ ਆਪਣੇ ਘਰੇ 24 ਬੋਤਲਾਂ ਸ਼ਰਾਬ ਰੱਖ ਸਕਦੇ ਸੀ। ਲੇਕਿਨ ਇਹਨਾਂ ਦੇ ਘਰ ਚੋਂ ਜਿਹੜੀ ਹੈਗੀ ਹੈ, ਜਿਹੜੀ ਮਿਥੀ ਹੋਈ ਮਤਲਬ ਗਿਣਤੀ ਹੁੰਦੀ ਹੈ ਸ਼ਰਾਬ, ਉਹਦੇ ਨਾਲ ਕਿਤੇ ਵੱਧ ਮਿਲ ਗਈ ਜੀ।
ਤੇ ਉਹਨਾਂ ਨੇ ਕਹਿੰਦੇ ਬਾਕੀ ਕੰਮ ਤਾਂ ਅਸੀਂ ਫੇਰ ਕਰ ਲਾਂਗੇ, ਹੂੰ ਪਹਿਲਾਂ ਆਹ ਕੰਮ ਕਰ ਲਈਏ। ਤੇ ਉਹਨਾਂ ਨੇ ਇਹਨਾਂ ਦੇ ਖਿਲਾਫ ਐਕਸਾਈਜ਼ ਐਕਟ ਦੇ ਐਕਟ ਦਾ ਅਧੀਨ ਪਰਚਾ ਦਿੱਤਾ। ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਹੂੰ ਘਰੋਂ ਜੋ ਕੁਝ ਕੀਤਾ ਜੀ, ਉੱਥੇ ਕਹਿੰਦੇ ਨਗਦੀ ਵੀ ਮਿਲੀ ਹੈ ਤੇ 골ਡ ਵੀ ਮਿਲੇ। ਹੂੰ ਉਹ ਤੋਂ ਬਾਅਦ ਫਿਰ ਉਹਨਾਂ ਨੇ ਸਾਰਾ ਕੁਝ ਕਰਾ ਕੇ ਸਾਰਾ ਮਾਮਲਾ ਤੇ ਉਹ ਵਿਜੀਲੈਂਸ ਵਾਲੇ ਜੀ। ਲੈ ਕੇ ਚਲੇ ਗਏ। ਹੂੰ ਔਰ ਇਹਦੇ ਤੇ ਜਿਹੜੀਆਂ ਹੈਗੀਆਂ ਜੀ 9 ਜਿਹੜੀਆਂ ਪ੍ਰਾਪਰਟੀਆਂ ਆ ਜਿਹੜੀਆਂ ਦਿਖਾਈਆਂ ਗਈਆਂ ਇਹਨਾਂ ਨੇ, ਜਿਹੜੀਆਂ ਜ਼ਾਹਰ ਕੀਤੀਆਂ, ਉਦੋਂ ਵੱਧ ਮਿਲ ਗਏ ਜੀ। ਔਰ ਪਹਿਲਾਂ ਇਹਨਾਂ ਨੇ ਜਿਹੜੀ ਸੀਗੀ ਇਹਨਾਂ ਦੀ ਜੋ ਪੁੱਛਗਿੱਛ ਕੀਤੀ ਸੀ, ਉਦੋਂ ਇਹਨਾਂ ਨੇ 6 ਪ੍ਰਾਪਰਟੀਆਂ ਦੱਸੀਆਂ ਸੀ ਹੂੰ ਤੇ 3-4 ਘੰਟੇ ਦੀ ਜਿਹੜੀ ਜਾਂਚ ਚੱਲੀ ਹੈ, ਉਹਦੇ ਵਿੱਚ ਉਹਨਾਂ ਨੂੰ 9 ਦੇ ਕਰੀਬ ਜਿਹੜੇ ਕਾਗਜ਼ਾਤ ਮਿਲ ਗਏ, ਉੱਥੋਂ ਜਿਹੜੇ ਕਾਗਜ਼ ਪੱਤਰ ਮਿਲ ਗਏ। ਅੱਛਾ ਜੀ। ਵਿਜੀਲੈਂਸ ਟੀਮ ਨੇ ਮਤਲਬ ਜਿਹੜੀ ਵੈਦ ਸਾਹਿਬ ਹੈ, ਜਿਹੜੀ ਇਹਨਾਂ ਦੀ ਬੇਟੀ ਹੈ, ਇਹਨਾਂ ਦੀ ਪਤਨੀ ਹੈ, ਹੂੰ ਔਰ ਇਹਨਾਂ ਦਾ ਬੇਟਾ ਹੈ ਹਰਕਰਨਦੀਪ ਸਿੰਘ ਵੈਦ, ਜੀ। ਉਹ ਮਿਊਨਿਸਪਲ ਕਾਉਂਸਲਰ ਵੀ ਹੈ ਲੁਧਿਆਣੇ ਦਾ। ਠੀਕ ਹੈ ਜੀ। ਉਹਨੂੰ ਤੇ ਉਹਦੀ ਵਾਈਫ ਹੈ ਜਿਹੜੀ, ਹੂੰ ਉਹਦੀ ਜਿਹੜੀ ਹੈਗੀ ਹੈ ਪ੍ਰਾਪਰਟੀ, ਉਹ ਪ੍ਰਾਪਰਟੀ ਵੀ ਸਾਰੀ ਉਹਨਾਂ ਨੇ Assess ਕੀਤੀ। ਗਿਣਤੀਆਂ ਮਿੰਤੀਆਂ ਕਰੀ ਜਾਂਦੇ ਜੀ, ਅਜੇ ਕਿਹੜਾ ਅੱਛਾ। ਕਹਿ ਛੱਡਿਆ। ਹੂੰ ਦੂਜੀ ਗੱਲ ਉਹਨੇ ਕਿਹਾ ਕਿ ਵਿਜੀਲੈਂਸ ਨੂੰ ਜਿਹੜਾ ਹੈਗਾ ਨਾ, ਇਹਨਾਂ ਦੇ ਘਰੋਂ 2 ਬੈਂਕ ਖਾਤਿਆਂ ਦਾ ਰਿਕਾਰਡ ਜਿਹੜਾ ਉਹਨਾਂ ਨੇ ਆਪਦੇ ਕਬਜ਼ੇ 'ਚ ਲਿਆ ਹੈ ਤੇ ਉਹ ਰੈਸਟੋਰੈਂਟ ਦੀ ਪਰਮਿਸ਼ ਵੀ ਕੀਤੀ ਹੈ। ਹੂੰ ਇਹਦੇ ਤੇ ਰਵਿੰਦਰਪਾਲ ਸਿੰਘ ਸੰਧੂ ਉੱਥੇ ਵਿਜੀਲੈਂਸ ਦੇ SSP ਹੈ। ਹੂੰ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਕੀ ਕੀਤਾ ਇਹਨਾਂ ਦੇ ਖਿਲਾਫ, ਕੀਤਾ ਕੀ ਕੁਛ ਹੈ। ਹੂੰ ਉਹ ਕਹਿੰਦੇ ਵੀ ਪ੍ਰਾਇਮਰੀ ਇਨਵੈਸਟੀਗੇਸ਼ਨ ਸਾਡੀ ਪੂਰੀ ਹੋ ਚੁੱਕੀ ਹੈ, ਜੀ। ਡਿਟੇਲ ਦੀ ਜਾਣਕਾਰੀ ਅਸੀਂ ਬਾਅਦ ਦੇ ਵਿੱਚ ਦੇਵਾਂਗੇ। ਹੂੰ ਤੇ ਉਹਨਾਂ ਨੇ ਜਿਹੜਾ ਹੈਗਾ ਕਹਿੰਦੇ ਅਪਰ ਹਾਊਸ ਹੈ ਇਹਨਾਂ ਦਾ, ਹੂੰ ਇੱਕ ਹੋਰ ਪੱਬ ਹੈ, ਉਹ ਪੱਬ ਦਾ ਨਾਮ ਅਪਰ ਹਾਊਸ। ਅੱਛਾ। ਹਾਂ ਉੱਥੇ ਵੀ ਕਹਿੰਦੇ ਤਲਾਸ਼ੀ ਲਈ ਹੈ ਹੂੰ ਤੇ ਉੱਥੇ ਮਤਲਬ ਕਾਫੀ ਗਿਣਤੀ ਦੇ ਵਿੱਚ ਸਮਾਨ ਜਿਹੜਾ ਹੈਗਾ ਉੱਥੇ ਵੀ ਇਹਨਾਂ ਦੇ ਮਾਮਲੇ 'ਚ ਆਇਆ ਹੈ। ਜੀ। ਉਹਦਾ ਨਾਲ ਸਭ ਵੱਡੀ ਗੱਲ ਇਹ ਹੈ ਕਿ ਕਈ ਵਾਰੀ ਬੰਦਾ ਇਹ ਸੋਚ ਲੈਂਦਾ ਕਿ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਪਤਾ ਸਾਰਾ ਹੀ ਹੁੰਦਾ ਜੀ। ਪਤਾ ਜਿਹੜਾ ਹੈਗਾ ਸਾਰਾ ਹੁੰਦਾ ਜਦੋਂ ਗਿਣਤੀਆਂ ਮਿੰਤੀਆਂ ਕਰਨ ਵਾਲੇ ਲੋਕ ਆਉਂਦੇ ਆ, ਉਦੋਂ ਬੜਾ ਕੁਛ ਆ ਜਾਂਦਾ ਹੈ। ਹੂੰ ਪਰ ਮੇਰਾ ਇੱਕ ਮੰਨਣਾ ਦਾਨੇਲੀਆ ਸਾਹਿਬ, ਇਹ ਤੁਹਾਡੇ ਯਾਦ ਹੋਣਾ ਕਿ ਇਹ ਗਿਣਤੀਆਂ ਮਿੰਤੀਆਂ ਪਹਿਲੀ ਵਾਰ ਨਹੀਂ ਹੋਈਆਂ, ਪਾਪਾ ਤਾਂ ਬਹੁਤ ਵਾਰੀ ਦੇਖੀਆਂ। ਜੀ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ, ਉਦੋਂ ਬਾਦਲਾਂ ਦੇ ਖਿਲਾਫ ਵੀ ਇਹੀ ਕੁਛ ਸ਼ੁਰੂ ਹੋਇਆ ਸੀ। ਹੂੰ ਪਰ ਨਿਕਲਦਾ ਕੁਛ ਨਹੀਂ। ਨਹੀਂ ਦੇਖਿਆ ਕੀ ਸੀਗਾ ਕਿ ਕੇਸ ਬਹੁਤ ਲੰਬੇ ਹੋ ਜਾਂਦੇ ਆ। ਹੂੰ ਜਿਨ੍ਹਾਂ ਬੰਦਿਆਂ ਦੇ ਕੋਲੇ ਪੈਸੇ ਹੁੰਦੇ ਆ, ਜਿਨ੍ਹਾਂ ਬੰਦਿਆਂ ਦੇ ਕੋਲੇ ਸਮਰੱਥਾ ਹੁੰਦੀ ਹੈ, ਜਿਨ੍ਹਾਂ ਦੇ ਕੋਲੇ ਕਨੈਕਸ਼ਨ ਹੁੰਦੇ ਆ, ਉਹ ਤਕੜੇ ਵਕੀਲ ਕਰ ਲੈਂਦੇ ਆ। ਔਰ ਉਹਦਾ ਨਤੀਜਾ ਇਹ ਹੁੰਦਾ ਕਿ ਜਦੋਂ ਤੱਕ ਸਰਕਾਰ ਰਹਿੰਦੀ ਹੈ, ਸਰਕਾਰ ਦੀ ਮਿਆਦ ਖਤਮ ਹੁੰਦੀ ਹੈ, ਉਦੋਂ ਤੱਕ ਕੇਸ ਚੱਲਦਾ ਰਹਿੰਦਾ ਤੇ ਬਾਅਦ ਦੇ ਵਿੱਚ ਸਾਰਾ ਕੁਝ ਮੁਕਰਾਈ ਹੋ ਜਾਂਦੀ ਹੈ। ਹੂੰ ਮੈਂ ਜੋ ਮਹਿਸੂਸ ਕਰਦਾ, ਪਹਿਲੀ ਗੱਲ ਤਾਂ ਵਿਜੀਲੈਂਸ ਦੇ ਕੋਲੇ ਜਿੰਨਾ ਸਟਾਫ ਚਾਹੀਦਾ ਉਹਨਾਂ ਸਟਾਫ ਹੈ ਨਹੀਂਗਾ। ਜੀ। ਕਮੀ ਤਾਂ ਵੈਸੇ ਪੁਲਿਸ ਦੇ ਵਿੱਚ ਸਾਰੇ ਸਾਰੇ ਜੀ ਉਹ ਗਨਮੈਨ ਹੀ ਰਹਿ ਨਹੀਂ ਦਿੱਤੇ ਜੀ। ਕੇਰਾਂ ਜੇ ਸਰਕਾਰ ਬਦਲੀ ਤੋਂ ਨਾਕਿਆਂ ਦੇ ਮੁੰਡੇ ਦਿਸੇ ਸੀ, ਉਦੋਂ ਬਾਅਦ ਤਾਂ ਉਹ ਵੀ ਖਤਮ ਹੋ ਗਏ। ਚਲੋ ਉਹਦੇ 'ਚ ਜਿਹੜੀ ਵੱਡੀ ਗੱਲ ਹੈ ਨਾ ਜੀ, ਜਿਹੜੀ ਵੱਡੀ ਗੱਲ ਹੈ ਵੀ ਵਿਜੀਲੈਂਸ ਨੂੰ, ਸਰਕਾਰ ਨੂੰ ਇੰਨਾ ਕੁ ਤਾਂ ਚਾਹੀਦਾ ਕਿ ਵਿਜੀਲੈਂਸ ਕੋਲ ਇੰਨਾ ਕੁ ਸਟਾਫ ਹੋਵੇ, ਖਾਸ ਕਰਕੇ ਤਫਤੀਸ਼ੀ ਸਟਾਫ ਜਿਹੜਾ ਬੜੀ ਤੇਜ਼ੀ ਦੇ ਨਾਲ, ਜਿਹੜਾ ਤੁਸੀਂ ਇਹਨਾਂ ਨੇ ਜੋ ਆਪਣਾ ਪੱਕਾ ਸਟਾਫ, ਇੰਜੀਨੀਅਰ ਵਗੈਰਾ ਤੇ ਹੋਰ ਪੱਕਾ ਸਟਾਫ, ਇੰਜੀਨੀਅਰ ਵਗੈਰਾ ਤੇ ਨਾਲ ਲਿਖਤ ਪੜਤ ਵਾਲੇ ਬੰਦੇ ਇਮੀਡੀਏਟ ਜਿਹੜਾ ਹੈਗਾ ਮਿੱਥੇ ਹੋਏ ਸਮੇਂ ਦੇ ਵਿੱਚ ਚਲਾਨ ਪੇਸ਼ ਕਰ ਦੇਣ, ਉਹਦੀ ਜਿਹੜੀ ਹੈ ਟ੍ਰਾਇਲ ਦੇ ਵਿੱਚ ਪੂਰੀ ਪੈਰਵੀ ਕਰਨ ਔਰ ਕਾਨੂੰਨੀ ਪੱਖ ਤੋਂ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਰਹਿਣ ਦੇਣ, ਜਿਹਦਾ ਕੋਈ ਫਾਇਦਾ ਉਠਾਉਣ ਅਗਲੇ, ਕਦੇ ਕੋਈ ਐਪਲੀਕੇਸ਼ਨ, ਕਦੇ ਕੋਈ ਐਪਲੀਕੇਸ਼ਨ। ਇਹ ਮਤਲਬ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਮਿਆਦ ਖਤਮ ਹੋਣ ਤੋਂ ਸਾਲ 1.5 ਸਾਲ ਪਹਿਲਾਂ ਤੱਕ ਕੇਸ ਦਾ ਫੈਸਲਾ ਹੋ ਜੇ, ਫਿਰ ਤਾਂ ਹੈਗਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਤਾਂ ਫਿਰ ਉਹ ਐਕਸਰਸਾਈਜ਼ ਐਵੇਂ ਜਾਂਦੀ ਹੈ, ਬਾਅਦ ਦੇ ਵਿੱਚ ਜਿਹਨਾਂ ਲੋਕਾਂ ਦੇ ਖਿਲਾਫ FIR ਹੋ ਗਈਆਂ ਹੁੰਦੀਆਂ, ਉਹ ਬਰੀ ਹੋ ਜਾਂਦੇ ਹੈ ਤੇ ਦੁਸ਼ਮਣੀਆਂ ਵਾਧੂ ਪੈਂਦੀਆਂ ਜੀ। ਕਈ ਵਾਰੀ ਪੁਲਿਸ ਵਾਲੇ ਜਿਹੜੇ ਹੈਗੇ ਉਹ ਟਾਰਗੇਟ ਬਣ ਜਾਂਦੇ ਆ। ਆਪਾਂ ਨੂੰ ਪਤਾ ਕਿ ਤਫਤੀਸ਼ੀ ਅਮਲਾ ਵੀ ਕਿਵੇਂ ਰੰਗ ਬਦਲਦਾ। ਬਿਲਕੁਲ ਬਿਲਕੁਲ ਸਰ। ਉਸ ਵੇਲੇ ਤੁਸੀਂ ਯਾਦ ਕਰੋ ਵੀ ਜਦੋਂ ਬਾਦਲਾਂ ਦੇ ਰੇਡਾਂ ਵੱਜਦੀਆਂ ਹੁੰਦੀਆਂ ਸੀ, ਆਪਾਂ ਤਾਂ ਦੇਖਦੇ ਰਹੇ ਹਾਂ, ਬਾਦਲ ਪਿੰਡ ਦੇ ਵਿੱਚ ਵੀ ਜਰੀਬਾਂ ਚੱਕ ਕੇ ਤੁਰੇ ਫਿਰਦੇ ਸੀ, ਪੀਤੇ ਲੈ ਕੇ ਵਰਕਸ਼ਾਪ 'ਚ ਕਿੱਲੇ ਵਾਲੀ ਵੀ ਪਹੁੰਚ ਗਏ ਸੀ ਔਰ ਪੈਟਰੋਲ ਪੰਪ ਤੋਂ ਲੈ ਕੇ ਬਾਲਾਸਰ ਤੱਕ ਸਾਰਾ ਕੁਝ ਹੋ ਗਿਆ ਸੀ। ਅਖੀਰ ਅਲਟੀਮੇਟਲੀ ਜਦੋਂ ਸਮਾਂ ਆਇਆ ਜੀ ਤੇ ਉਹ ਕੀ ਹੁੰਦੇ ਸੀ ਜੀ, ਉਹਨਾਂ ਦਾ ਨਾਮ ਸੁਰਿੰਦਰਪਾਲ ਸਿੰਘ ਵਿਰਕ ਹੁੰਦੇ ਸੀ, SSP ਸਾਹਿਬ। ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ 2 ਪੋਸਟਾਂ ਦਿੱਤੀਆਂ ਸੀ ਉਹਨਾਂ ਨੂੰ, SSP ਵਿਜੀਲੈਂਸ ਵੀ ਤੇ SSP ਰੋਪੜ ਵੀ। ਠੀਕ ਹੈ, ਪਰ ਜਦੋਂ ਸਮਾਂ ਆਇਆ ਤੇ ਖੜੇ ਖੜੋਤੇ ਸਾਫ਼ ਹੀ ਮੁਕਰ ਗਏ ਸੀ। ਹੁਣ ਜੇ ਤਾਂ ਤੁਸੀਂ ਮੇਰੇ ਕੋਈ ਐਸੀ ਵੈਸੀ ਗੱਲ ਕੀਤੀ ਹੋਵੇ, ਆਪਣੇ ਦਾ ਨਾਲ ਦੀ ਨਾਲ ਮੁਕੱਦਮਾ ਦਰਜ ਕਰ ਲੈਂਦੇ। ਉਹਨਾਂ ਦੇ ਖਿਲਾਫ ਵੀ ਭਾਵੇਂ ਜਿਹੜੀ ਟ੍ਰਾਇਲ ਕੋਰਟ ਹੈ, ਜਿਸ ਕੋਰਟ ਦੇ ਵਿੱਚ ਸਪੈਸ਼ਲ ਕੋਰਟ ਦੇ ਵਿੱਚ ਕੇਸ ਚੱਲਿਆ ਸੀ, ਉਹਨਾਂ ਨੇ ਲਿਖਤਾ ਸੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ। ਲੇਕਿਨ ਫਿਰ ਅਦਾਲਤਾਂ ਦੇ ਚੱਕਰਾਂ 'ਚ ਜਾ ਕੇ ਕਿਸੇ ਦਾ ਹੋਇਆ ਕੱਖ ਨਹੀਂ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਸਟੋਰੀ ਵੀ ਕੀਤੀ ਸੀਗੀ ਵੀ ਬਹੁਤ ਵੱਡੇ ਹੋਟਲ ਤੇ ਜਾਇਦਾਦਾਂ ਉਹਨਾਂ ਨੇ ਬਣਾਈਆਂ ਵੀ ਜੀ। ਹੁਣ ਇਹ ਗੱਲ ਵੀ ਚਾਹੀਦੀ ਹੈ ਵਿਜੀਲੈਂਸ ਬਿਊਰੋ ਵਾਲਿਆਂ ਨੂੰ ਕਿ ਜਿਹੜੇ ਪੁਰਾਣੇ ਅਫਸਰ ਹੈ ਜਿਨ੍ਹਾਂ ਨੇ ਗਵਾਹੀਆਂ ਮੁੱਕਰੀਆਂ, ਜਰਾ ਉਹਨਾਂ ਤੇ ਵੀ ਛਾਣਨਾ ਲਾ ਕੇ ਦੇਖ ਲੈਣ ਵੀ ਉਹਨਾਂ ਨੇ ਕੀ ਕੁਛ ਕਮਾਈ। ਉਹ ਐਵੇਂ ਗਵਾਹੀਆਂ ਮੁੱਕਰੀਆਂ ਕਿ ਕਿਸੇ ਲਾਲਚ ਅਧੀਨ ਮੁੱਕਰੀਆਂ, ਤੇ ਜੇ ਲਾਲਚ ਅਧੀਨ ਮੁੱਕਰੀਆਂ ਤਾਂ ਫਿਰ ਕਾਰਵਾਈਆਂ ਉਹਨਾਂ ਦੇ ਖਿਲਾਫ ਵੀ ਹੋਣੀਆਂ ਚਾਹੀਦੀਆਂ ਜੀ। ਧੰਨਵਾਦ ਸਾਹਿਬ। ਇਹ ਗੱਲ ਤਾਂ ਢਿੱਲੋਂ ਸਾਹਿਬ ਤੁਸੀਂ ਸਹੀ ਕੀ ਹੈ ਕਿ ਜਾਂਚ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ
ਜਿਨ੍ਹਾਂ ਨੇ ਇਹ ਕੁਛ ਕੀਤਾ। ਹੁਣ ਬਠਿੰਡੇ ਵੀ ਤੁਹਾਨੂੰ ਪਤਾ ਵੀ ਗੈਰ ਕਾਨੂੰਨੀ ਜਿਹੜੀਆਂ ਤਰੀਕੇ ਦੇ ਨਾਲ ਕਾਨੂੰਨ NOCs ਦਿੱਤੀਆਂ ਕਲੋਨੀਆਂ ਨੂੰ, ਅਜੇ ਵੀ ਮਿਲ ਜਾਂਦੀਆਂ ਜੀ, ਅਜੇ ਵੀ ਮਿਲੀ ਜਾਂਦੀਆਂ। ਹਾਂ। ਤੇ ਕਹਿੰਦੇ ਕੋਈ 1000 ਕਲੋਨੀ ਹੈ ਬਠਿੰਡੇ ਜੀ, ਤੇ 500 ਦਾ ਰਿਕਾਰਡ ਚੱਕਿਆ ਅਜੇ, ਤੇ 1000 ਕਿੱਥੇ ਆਇਆ ਤੇ ਪੰਜਾਬ 'ਚ ਕਿੱਥੇ ਜਾਊਗੀ ਗੱਲ। ਦਾਨੇਵਾਲੀਆ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਲ ਬਾਡੀਜ਼ ਮਿਨਿਸਟਰ ਆ ਉਹ ਬਠਿੰਡੇ ਆਏ ਸੀ, ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ। ਆਪਾਂ ਵੀ ਉਸ ਮੀਟਿੰਗ ਦੇ ਵਿੱਚ ਗਏ ਸੀ ਤੇ ਆਪਾਂ ਸਵਾਲ ਜਵਾਬ ਵੀ ਕੀਤੇ ਸੀ। ਇੱਕ ਗੱਲ ਉਹਨਾਂ ਨੇ ਬੜੀ ਨਿੱਜਰ ਸਾਹਿਬ ਨੇ ਕਹੀ ਸੀ, ਲੋਕਲ ਬਾਡੀ ਮਿਨਿਸਟਰ ਹੋਰਾਂ ਨੇ, ਉਹਨਾਂ ਨੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਵੀ ਬੈਠੇ ਸੀ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਬੈਠੇ ਸੀ, ਵੀ ਇੱਕ ਗੱਲ ਸੁਣ ਲਓ, ਤੁਸੀਂ ਕੇਸ ਨਹੀਂ ਕਰਨਾ ਕਿਸੇ ਤੇ ਜੀ, ਜਿਹੜੀ ਗੈਰ ਕਾਨੂੰਨੀ ਇਮਾਰਤ ਆ ਉਹਨੂੰ ਢਾਉਣਾ ਹੈ, ਤੇ ਜੇ ਕੇਸ ਕਰਨਾ ਤਾਂ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਉਹ ਕਰਨ। ਜਦੋਂ ਆਪਾਂ ਮੂਹਰੇ ਲੱਗਦੇ ਨੇ, ਆਪਾਂ ਜਾ ਕੇ ਕੇਸ ਕਰਦੇ ਨੇ, ਆਪਾਂ ਉਹਨਾਂ ਨੂੰ ਮੌਕਾ ਮੁਹੱਈਆ ਕਰਦੇ ਨੇ, ਤੇ ਕਰਪਸ਼ਨ ਦਾ ਸਭ ਤੋਂ ਵਧੀਆ ਤਰੀਕਾਕਾਰ ਹੈ ਹੀ ਇਹੀ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਹੈ ਰਿੰਗ ਰੋਡ 1, ਇੱਕ ਹੈ ਰਿੰਗ ਰੋਡ 2। ਰਿੰਗ ਰੋਡ 2 ਮੁਕੰਮਲ ਹੋ ਚੁੱਕੀ ਹੈ, ਰਿੰਗ ਰੋਡ 2 ਕਈ ਸਾਲਾਂ ਦੀ ਰੁਲੀ ਜਾਂਦੀ ਹੈ, ਉਹ ਰੁਲੀ ਜਾਂਦੀ ਹੈ, ਪਰ ਉਹਦੇ ਹੁਣ ਚਾਂਸਸ ਬਣ ਗਏ ਹੈ, ਕਿਉਂਕਿ ਜਿਹੜਾ ਰੇਲਵੇ ਵਾਲਾ ਅੰਡਰ ਬ੍ਰਿਜ ਸੀ, ਲਗਭਗ ਉਹ ਰੇਲਵੇ ਵਾਲਾ ਅੰਡਰ ਬ੍ਰਿਜ ਪੰਜਾਬ ਸਰਕਾਰ ਵੱਲੋਂ ਆਪਣੇ ਆਪ ਵੱਲੋਂ ਇਹਨਾਂ ਨੇ ਆਪਦੀਆਂ ਜਿਹੜਾ ਜਿੰਨਾ ਕੰਮ ਕਰਨਾ ਸੀ ਉਹ ਕਰ ਲਿਆ। ਉਹਦੇ 'ਚ ਰਹਿ ਗਿਆ ਰੇਲਵੇ ਵਾਲਾ, ਤੇ ਰੇਲਵੇ ਵਾਲਿਆਂ ਨੇ ਬਣਾ ਦੇਣਾ। ਮੇਰੀ ਜਾਣਕਾਰੀ ਦੇ ਵਿੱਚ ਜਿਹੜੀ ਗੱਲ ਆਈ ਹੈ, ਕਹਿੰਦੇ ਵੀ ਰਿੰਗ ਰੋਡ 2 ਜਿੱਥੇ ਆ ਕੇ ਚੜ੍ਹਨੀ ਹੈ ਡਾਲਫਿਨ ਪਾਰਕ ਤੇ ਚੌਂਕ ਦੇ ਵਿੱਚ ਡਾਲਫਿਨ ਚੌਕ ਤੇ ਚੜ੍ਹਨੀ ਹੈ, ਉਹਨੂੰ ਪਾਸੇ ਤੋਂ ਰਿੰਗ ਰੋਡ ਜਿਹੜੀ ਹੈਗੀ ਹੈ ਪਾਸੇ ਤੋਂ ਕੱਢਤੀ ਇੱਕ ਹੋਰ ਸੂਏ ਵਾਲੇ ਪਾਸੇ ਨੂੰ, ਮਤੀ ਦਾਸ ਦੇ ਉੱਪਰ ਦੀ, ITI ਦੇ ਉੱਪਰ ਦੀ। ਉਹ ਜ਼ਮੀਨ ਕਿਹਦੀ ਹੈ? ਜ਼ਮੀਨ ਇੱਕ ਵੱਡੇ ਜਿਹੜਾ ਹੈਗਾ ਪਰਿਵਾਰ ਹੈ ਬਠਿੰਡੇ ਦਾ, ਉਹਨਾਂ ਦੀ ਹੈ, ਉਹਨਾਂ ਦਾ ਕਬਜ਼ਾ ਉਸ ਜ਼ਮੀਨ ਦੇ ਉੱਤੇ, ਲੇਕਿਨ ਬਠਿੰਡੇ ਦੀ ਮੁਰੱਬਾਬੰਦੀ ਨਹੀਂ ਹੋਈ ਵੀ ਜੀ। ਬਠਿੰਡੇ ਦੇ ਵਿੱਚ ਕਈ ਵਾਰੀ ਜ਼ਮੀਨ ਤੁਹਾਡੇ ਕਿਤੇ ਨਾ ਹੋਰ ਬੋਲਦੀ ਹੁੰਦੀ ਹੈ ਤੇ ਕਬਜ਼ਾ ਕਿਤੇ ਹੋਰ ਹੋਇਆ ਹੁੰਦਾ, ਇਸ ਕਿਸਮ ਦੀ ਉਹਦੇ 'ਚ ਗੱਲ ਹੈ। ਉਸ ਪਰਿਵਾਰ ਦੇ ਵਿੱਚ ਕੋਈ ਇਸ ਵੇਲੇ ਆਪਾਂ ਜੇ ਕਹਿ ਦਈਏ ਕੋਈ ਪ੍ਰੋਮੀਨੈਂਟ ਬੰਦੇ ਨਹੀਂ ਰਹੇ, ਜ਼ਿਆਦਾਤਰ ਲੇਡੀਜ਼ ਜਾਂ ਇੱਕ ਅੱਧਾ ਬੰਦਾ ਰਹਿ ਗਿਆ, ਤੇ ਬਾਕੀ ਉਹਨਾਂ ਦੇ ਮਤਲਬ ਇਸ ਦੁਨੀਆ 'ਚ ਨਹੀਂ ਰਹੇ ਵੱਖ-ਵੱਖ ਹਾਲਾਤਾਂ ਦੀ ਵਜ੍ਹਾ ਕਾਰਨ। ਉੱਥੇ ਉਹਨਾਂ ਨੇ ਕਹਿੰਦੇ ਜੀ ਜਿਹੜੀ ਹੈਗੀ ਹੈ ਕੱਟ ਤੇ ਫਾਰਮ ਹਾਊਸ ਵੀ ਕੱਟਤੇ, ਤੇ ਵੱਡੇ ਉਹਨਾਂ ਨੇ ਪ੍ਰੋਜੈਕਟ ਵੀ ਕੱਟ ਦਿੱਤੇ ਆ ਕਿ ਜੀ ਇੱਥੇ ਦੁਕਾਨਾਂ ਬਣਨੀਆਂ ਤੇ ਸਾਰਾ ਕੁਛ ਬਣ ਜੂ। ਉਹ ਬਣ ਗਿਆ, ਉਹ ਬਣਿਆ ਹੋਇਆ ਹੈ। ਮੇਰੇ ਧਿਆਨ ਦੇ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਨੋਟਿਸ ਜਾਰੀ ਕਰਤੇ ਕਿ ਜੀ ਤੁਸੀਂ ਇਹਨਾਂ ਨੂੰ ਢਾਹ ਦਿਓ, ਨਹੀਂ ਅਸੀਂ ਢਾਹ ਦਿਆਂਗੇ। ਉਹ ਨੋਟਿਸ ਜਾਰੀ ਕਰਤੇ ਤੇ ਨੋਟਿਸ ਹੀ ਬਣ ਕੇ ਰਹਿ ਗਏ। ਉਹ ਤਾਂ ਬੜੇ ਹੋਇਆ ਜੀ, ਉਹ ਨੋਟਿਸ ਬਣ ਕੇ ਰਹਿ ਗਏ। ਤੇ ਸੰਭਾਵਨਾ ਇਹ ਹੈ ਕਿ ਉਹ ਜਿਵੇਂ ਨਿੱਜਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਨਹੀਂ ਜਾਣਾ, ਉਹ ਕਹਿੰਦੇ ਨਹੀਂ ਜਾਵਾਂਗੇ। ਉਹ ਜਿਹੜੇ ਨੋਟਿਸ ਦਿੱਤੇ ਸੀ, ਨੋਟਿਸ ਦਾ ਮਤਲਬ ਹੈ ਕਿ ਤੁਸੀਂ ਕੋਰਟ 'ਚ ਜਾਂਦੇ ਰਹੋ, ਕੋਰਟ 'ਚ ਜਾ ਕੇ ਅਰਜੀ ਪੈ ਦਿਓ, ਤੇ ਅਸੀਂ ਭਾਵੇਂ ਸਟੇ ਮਿਲੇ ਜਾਂ ਨਾ ਮਿਲੇ, ਤੇ ਇੱਕ ਬਹਾਨਾ ਹੈਗਾ, ਉਹ ਕਹਿ ਦੇਣਗੇ ਜੀ ਕੋਰਟ ਕੇਸ ਹੈ, ਇਸ ਕਰਕੇ ਅਸੀਂ ਕੁਝ ਕਰ ਨਹੀਂ ਸਕਦੇ, ਤੇ ਉਦੋਂ ਤੱਕ ਸਾਰਾ ਕੁਝ ਪੈ ਜੂ। ਤੇ ਉਹਦੇ ਵਿੱਚ ਇਨਵੋਲਵਮੈਂਟ ਕਿਹਦੀ ਹੈ? ਇਨਵੋਲਵਮੈਂਟ ਬਹੁਤ ਵੱਡੇ ਬੰਦਿਆਂ ਦੀ ਹੈ, ਪੋਲੀਟੀਕਲ ਬੰਦਿਆਂ ਦੀ ਇਨਵੋਲਵਮੈਂਟ। ਉਹ ਤਾਂ ਉਸ ਤੋਂ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ, ਉਹ ਤੋਂ ਬਗੈਰ ਕੰਮ ਨਹੀਂ ਚੱਲਦਾ। ਉਹ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਹੈਗਾ, ਇਹ ਆਪਣੇ ਆਪ ਦੇ ਵਿੱਚ ਪਿਆ ਹੈ, ਜਿਹਦੀ ਪੜਤਾਲ ਹੋਣੀ ਬਣਦੀ ਹੈ। ਢਿੱਲੋਂ ਸਾਹਿਬ ਬਠਿੰਡੇ ਦਾ ਇੱਕ ਬੜਾ ਅਹਿਮ ਇੱਕ ਟਰਸਟ ਹੈ ਜੀ, ਕਾਲਜ ਚੱਲਦੇ ਆ, ਸਕੂਲ ਚੱਲਦੇ ਆ, ਹਸਪਤਾਲ ਚੱਲਦਾ। ਉਹਨਾਂ ਨੇ ਸ਼ਹੀਦ ਆਨੰਦ ਸਿੰਘ ਚੌਂਕ ਕੋਲੇ ਜਗ੍ਹਾ ਬਣਾ ਲਈ, ਥੱਲੇ ਗਰੀਬ ਮਿਸਤਰੀ ਦੀ ਦੁਕਾਨ ਸੀ। ਨੋਟਿਸ ਲੱਗਿਆ ਵੀ ਤੁਹਾਡੀ ਬਿਲਡਿੰਗ ਗੈਰ ਕਾਨੂੰਨੀ ਹੈ, ਤੁਹਾਡਾ ਨਕਸ਼ਾ 20 ਫੁੱਟ ਮਗਰ ਤੱਕ ਹੈ। ਜਿਹੜਾ GT ਰੋਡ ਦੇ ਉੱਤੇ 20 ਫੁੱਟ ਜਗ੍ਹਾ ਛੱਡਣੀ ਹੈ ਉਹ ਵੀ ਕਵਰ ਕਰ ਲਈ। ਉਹ ਗਰੀਬ ਦੀ ਦੁਕਾਨ ਦੇ ਉੱਤੇ ਆਪਦਾ ਉੱਤੋਂ ਢਾਂਚਾ ਖੜਾ ਕਰਕੇ ਉਹਦੀ ਦੁਕਾਨ ਵੀ ਭੰਨਤੀ। ਤੇ ਸਰਕਾਰ ਪਿਛਲੀ ਨਾਲ ਜੁੜੇ ਹੋਏ ਅਹਿਮ ਬੰਦੇ ਆ, ਇੱਧਰ ਕੋਈ ਬੋਲਦਾ ਨਹੀਂ। ਤੇ ਦੇਖ ਲਓ ਵੀ ਉਹਨਾਂ ਦਾ ਧੱਕਾ ਵੀ ਜੇਕਰ ਇੱਕ ਟਰਸਟ ਵਾਲੇ ਵੀ ਚਲਾਈ ਜਾਂਦੇ ਆ, ਤੇ ਕਾਰਪੋਰੇਸ਼ਨ ਉੱਥੇ ਸਿਰਫ ਨੋਟਿਸ ਹੀ ਬਣ ਕੇ ਰਹਿ ਜਾਂਦਾ। ਬਿਲਕੁਲ ਹੈ ਜੀ, ਬਿਲਕੁਲ। ਸੋ ਇਹ ਚੀਜ਼ਾਂ ਨੇ। ਹੁਣ ਇਹ ਤਾਂ ਨੋਟਿਸ ਬਣ ਕੇ ਰਹਿ ਜਾਂਦੇ ਨੇ, ਪਰ ਕਹਿੰਦੇ ਐਸਟੀਮੇਟ ਕਮੇਟੀ ਨੇ ਕਹਿੰਦੇ ਸੁਰੱਖਿਆ ਬਾਰੇ ਕੋਈ ਅਹਿਮ ਖੁਲਾਸਾ ਕੀਤਾ ਨੇਤਾਵਾਂ ਨੇ। ਹਾਂ, ਇਹ ਬਿਲਕੁਲ ਹੈ ਜੀ। ਐਸਟੀਮੇਟ ਕਮੇਟੀ ਹੈ ਜਿਹੜੀ ਐਸਟੀਮੇਟ ਕਮੇਟੀ ਜੀ, ਆਪਾਂ ਜਾਣਦੇ ਹਾਂ ਕਿ ਜਿਹੜੇ ਵੱਖ-ਵੱਖ ਅਦਾਰੇ ਹੁੰਦੇ ਹੈ ਜੀ, ਜਾਂ ਵੱਖ-ਵੱਖ ਮਿਨਿਸਟਰੀਆਂ ਨਾਲ ਸੰਬੰਧਿਤ, ਜੇ ਰਾਜ ਦੀਆਂ ਮਿਨਿਸਟਰੀਜ਼ ਹੈ ਤਾਂ ਵਿਧਾਨ ਸਭਾ ਵੱਲੋਂ ਕਮੇਟੀਆਂ ਬਣਾਈਆਂ ਜਾਂਦੀਆਂ ਜੀ। ਜੇ ਕੇਂਦਰ ਦੇ ਮਹਿਕਮੇ ਹੈ ਤਾਂ ਉਹਨਾਂ ਦੀਆਂ ਕਮੇਟੀਆਂ ਪਾਰਲੀਮੈਂਟ ਦੇ ਲੋਕ ਸਭਾ ਦੇ ਸਪੀਕਰ ਵੱਲੋਂ ਬਣਾਈਆਂ ਜਾਂਦੀਆਂ, ਤੇ ਕੁਝ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਬਣਾਈਆਂ ਜਾਂਦੀਆਂ ਰਾਜ ਸਭਾ ਦੇ ਚੇਅਰਪਰਸਨ। ਅੱਛਾ ਜੀ। ਉਹ ਕਮੇਟੀਆਂ ਬਣੀਆਂ ਜਿਨ੍ਹਾਂ ਨੂੰ ਅਸੀਂ ਪਾਰਲੀਮੈਂਟਰੀ ਕਮੇਟੀਆਂ ਵੀ ਕਹਿ ਦਿੰਦੇ ਹਾਂ। ਔਰ ਇਹਦੇ ਵਿੱਚੋਂ ਹੀ ਫਿਰ ਇੱਕ ਵਾਰ ਜਾਂਦੀ ਹੈ ਜੁਆਇੰਟ ਜਿਹੜੀ ਹੈਗੀ ਹੈ ਪਾਰਲੀਮੈਂਟਰੀ ਕਮੇਟੀ। ਜੁਆਇੰਟ ਪਾਰਲੀਮੈਂਟਰੀ ਕਮੇਟੀ ਦਾ ਜੇ ਲੋੜ ਪੈ ਜੇ ਕਿਸੇ ਮਾਮਲੇ ਦੀ, ਕੋਈ ਬਹੁਤ ਗੰਭੀਰ ਮਾਮਲਾ ਆ ਜੇ, ਤਾਂ ਉਹਦੇ ਵਿੱਚ ਵੀ ਉਹਦੀ ਪੜਤਾਲ ਜਿਹੜੀ ਹੈ ਉਹ ਜੁਆਇੰਟ
ਪਾਰਲੀਮੈਂਟਰੀ ਕਮੇਟੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਉਹਦਾ ਮਤਲਬ ਇਹ ਹੁੰਦਾ ਹੈ ਜੀ ਕਿ ਉਹਨਾਂ ਦੇ ਕੋਲੇ ਸਮਨ ਕਰਨ ਦੀਆਂ ਪਾਵਰਾਂ ਆ ਜਾਂਦੀਆਂ। ਹੁਣ ਤੁਸੀਂ ਦੇਖਿਆ ਹੋਣਾ ਜਿਹੜਾ ਆਪਣਾ ਪੈਗਾਸਸ ਵਾਲਾ ਮਾਮਲਾ ਸੀ, ਪੈਗਾਸਸ ਵਾਲੇ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਉਹਨਾਂ ਨੇ ਕਿਹਾ ਜੀ ਸਾਨੂੰ ਜਿਹੜੀ ਲੌਜਿਸਟਿਕ ਸਪੋਰਟ ਚਾਹੀਦੀ ਸੀ ਉਹ ਲੌਜਿਸਟਿਕ ਸਪੋਰਟ ਵੱਖ-ਵੱਖ ਅਦਾਰਿਆਂ ਤੋਂ ਨਹੀਂ ਮਿਲੀ ਤੇ ਸਾਨੂੰ ਹੁਣ ਕੋਈ ਪਤਾ ਨਹੀਂ ਲੱਗਦਾ। ਉਹਨਾਂ ਨੇ ਤੁੱਥ-ਮੁੱਥ ਕਰਕੇ ਰਿਪੋਰਟ ਦਿੱਤੀ ਤੇ ਜੇ ਇਹੀ ਮਾਮਲਾ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲੇ ਹੁੰਦਾ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੇ ਉਹਨਾਂ ਨੂੰ ਸਮਨ ਕਰਨਾ ਸੀ, ਨਹੀਂ ਆਉਣਾ ਸੀ ਤੇ ਵਾਰੰਟਾਂ ਦੇ ਨਾਲ ਉਹਨਾਂ ਬੰਦਿਆਂ ਨੂੰ ਬੁਲਾ ਲੈਣਾ ਸੀ ਤੇ ਉਹਨਾਂ ਦੀ ਪੂਰੀ ਪੁੱਛ ਪੜਤਾਲ ਕਰਨੀ ਸੀ, ਉਹ ਮਦਦ ਲੈ ਸਕਦੇ ਸੀ ਜੀ। ਇਸੇ ਤਰੀਕੇ ਦੀਆਂ ਵਿਧਾਨ ਸਭਾ ਨਾਲ ਸੰਬੰਧਿਤ ਜਾਂ ਲੋਕ ਸਭਾ ਨਾਲ ਸੰਬੰਧਿਤ, ਰਾਜ ਸਭਾ ਨਾਲ ਸੰਬੰਧਿਤ ਕਮੇਟੀਆਂ ਹੁੰਦੀਆਂ ਜੀ, ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਜਿਹੜੀ ਹੈਗੀ ਹੈ ਡੂੰਘਾਈ ਦੇ ਨਾਲ ਜਿਹੜੀ ਹੈ ਪੜਤਾਲ ਕਰਨੀ ਹੁੰਦੀ ਹੈ ਔਰ ਉਹਦੇ ਵਿੱਚ ਦੋਵਾਂ ਤਰ੍ਹਾਂ ਦੀਆਂ ਰੂਲਿੰਗ ਪਾਰਟੀ ਦੇ ਵੀ ਤੇ ਆਪੋਜੀਸ਼ਨ ਦੇ ਲੋਕ ਵੀ ਸ਼ਾਮਲ ਹੁੰਦੇ ਹੈ ਜੀ। ਇਹ ਜਿਹੜੀ ਪੰਜਾਬ ਦੀ ਐਸਟੀਮੇਟ ਕਮੇਟੀ ਹੈ, ਪੰਜਾਬ ਦੀ ਐਸਟੀਮੇਟ ਕਮੇਟੀ ਸਪੀਕਰ ਸਾਹਿਬ ਨੇ ਬਣਾਈ ਸੀ ਤੇ ਪਹਿਲੇ ਇਹਦੇ ਚੇਅਰਮੈਨ ਬਣਾਏ ਸੀ ਮਿਸਟਰ ਅਮਨ ਅਰੋੜਾ ਜਿਹੜੇ ਪਬਲਿਕ ਰਿਲੇਸ਼ਨ ਮਿਨਿਸਟਰ ਹੈ ਜੀ। ਔਰ ਅਮਨ ਅਰੋੜਾ ਸਾਹਿਬ ਜਦੋਂ ਮਿਨਿਸਟਰ ਬਣ ਗਏ ਉਸ ਤੋਂ ਬਾਅਦ ਕਿਉਂਕਿ ਬਣਾਉਣੇ ਐਮਐਲਏ ਹੁੰਦੇ ਆ, ਫਿਰ ਉਹਨਾਂ ਨੇ ਬਣਾਤਾ ਸੀ ਹਰਮੀਤ ਸਿੰਘ ਪਠਾਨ ਮਾਜਰਾ। ਅੱਛਾ ਜੀ। ਉਸ ਕਮੇਟੀ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ ਦਾਨੇਵਾਲੀਆ ਸਾਹਿਬ, ਰਿਪੋਰਟ ਬੜੀ ਇੰਟਰਸਟਿੰਗ ਹੈ। ਉਹ ਕਹਿੰਦੇ ਜੀ ਕਮੇਟੀ ਦੇ ਧਿਆਨ ਵਿੱਚ ਆਇਆ ਕਿ ਬਹੁਤ ਸਾਰੇ ਲੋਕ ਉਹ ਹੈ ਜਿਨ੍ਹਾਂ ਲੋਕਾਂ ਨੇ ਜਾਲੀ ਰਿਪੋਰਟਾਂ ਤਿਆਰ ਕਰਵਾ ਕੇ, ਜਾਲੀ ਮਾਮਲੇ ਤਿਆਰ ਕਰਵਾ ਕੇ Z+ ਤੱਕ ਦੀਆਂ ਸਿਕਿਉਰਟੀਆਂ ਲੈ ਲਈਆਂ, Z ਸਿਕਿਉਰਿਟੀਜ਼ ਲਈਆਂ ਹੋਈਆਂ। ਆਪਾਂ ਜਾਣਦੇ ਇੱਥੇ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਬੰਦੇ ਆਪਣੇ ਆਪ ਨੂੰ ਆਪ ਹੀ ਚਿੱਠੀ ਪਵਾ ਲੈਂਦੇ ਆ ਕਿ ਜੀ ਮੈਨੂੰ ਤਾਂ ਥ੍ਰੈਟ ਮਿਲ ਗਈ। ਕੁਝ ਲੋਕ ਅਜਿਹੇ ਹੈਗੇ ਆ ਜਿਹੜੇ ਲੋਕ ਜਾਣ ਕੇ ਪੰਗਾ ਲੈਂਦੇ ਆ ਕਿ ਇੱਕ ਧਰਮ ਦੇ ਉਹ ਕਿਸੇ ਧਰਮ ਹੋਰ ਦੇ ਹੈਗੇ ਆ, ਮੰਨ ਲਓ ਵੀ ਉਹ ਸਿੱਖ ਧਰਮ ਦੇ ਬੰਦੇ ਤੇ ਉਹਨਾਂ ਨੇ ਹਿੰਦੂ ਧਰਮ ਦੇ ਖਿਲਾਫ ਕੋਈ ਬਕਵਾਸਬਾਣੀ ਕਰਤੀ, ਜਾਂ ਉਹਨਾਂ ਨੇ ਈਸਾਈ ਧਰਮ ਦੇ ਖਿਲਾਫ ਕਰਤੀ, ਜਾਂ ਇਸਲਾਮ ਦੇ ਖਿਲਾਫ ਕਾਰਵਾਈ ਕਰਤੀ ਤੇ ਮੁੜ ਕੇ ਉਹ ਕਹਿੰਦੇ ਜੀ ਆ ਮੈਨੂੰ ਧਮਕੀ ਆ ਗਈ ਕਿਉਂਕਿ ਮੈਂ ਆਹ ਕੁਛ ਬੋਲਿਆ ਸੀ, ਦਿਓ ਜੀ ਮੈਨੂੰ ਸਿਕਿਉਰਿਟੀ। ਤੇ ਸਾਡੇ ਅਫਸਰ ਸਾਹਿਬਾਨ ਵੀ ਇੱਕ ਮਿੰਟ ਮਾਰਦੇ ਆ ਸਿਕਿਉਰਿਟੀ ਦੇ, ਲੈ ਲਓ। ਇਵੇਂ ਜਿਵੇਂ ਹੁਣ ਆਪਾਂ ਦੇਖੀ ਤੇ ਕੁਝ ਅਜਿਹੇ ਲੋਕ ਹੈ ਜਿਨ੍ਹਾਂ ਨੇ ਸੈਨਾਵਾਂ ਬਣਾਈਆਂ ਹੋਈਆਂ, ਟਿਫਨ ਵਾਲੇ ਤੁਰੇ ਫਿਰਦੇ ਆ, ਇਹ ਸ਼ਿਵ ਸੈਨਾ ਫਲਾਨੀ ਜੀ ਧਮਕੀ ਜੀ, ਕੁਛ ਕੋਈ ਟਿਫਨ ਦਾ ਕੰਮ ਕਰੀ ਜਾਂਦਾ ਹੈ, ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਕਿਸੇ ਬੰਦੇ ਕੋਲੇ ਮੋਟਰਸਾਈਕਲ ਹੁੰਦਾ, ਉਹ ਮੋਟਰਸਾਈਕਲ ਦੇ ਮਗਰ ਕੋਈ ਸਾਈਕਲ ਹੁੰਦਾ, ਕੋਈ ਸਾਈਕਲ ਸਿਪਾਹੀ ਵਿਚਾਰਾ ਹੋਮਗਾਰਡ ਵਾਲਾ, ਨਾਲੇ ਉਹਦੀ ਬੰਦੂਕ ਸੰਭਾਲੀ ਹੁੰਦੀ ਹੈ ਤੇ ਨਾਲ ਸਾਈਕਲ ਤੇ ਉਹ ਖਿੱਚੀ ਜਾਇਆ ਹੁੰਦਾ ਹੈ। ਬੜਾ ਕੁਛ ਚੱਲਦਾ। ਉਹਨਾਂ ਨੇ ਉਹ ਇੱਕ ਮਾਮਲਾ ਕੀਤਾ, ਕਹਿੰਦੇ ਜੀ ਆਹ ਢਾਂਚਾ ਜਿਹੜਾ ਹੈ ਨਾ ਸਾਡਾ ਬਿਲਕੁਲ ਜਰਜਰ ਹੋਇਆ ਪਿਆ, ਇਹਨਾਂ ਲੋਕਾਂ ਨੇ ਖਾਹ ਜਿਹੜਾ ਹੈਗਾ ਖਜ਼ਾਨੇ ਦੇ ਉੱਤੇ ਬੋਝ ਬਣੇ ਹੋਏ ਆ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੀ। ਸਿਫਾਰਸ਼ਾਂ ਉਹਨਾਂ ਨੇ ਜਿਹੜੀਆਂ ਕੀਤੀਆਂ ਜੀ, ਸਿਫਾਰਸ਼ਾਂ ਬਹੁਤ ਵਧੀਆ ਕੀਤੀਆਂ। ਉਹਨਾਂ ਦੀ ਜਿਹੜੀ ਸਭ ਤੋਂ ਵਧੀਆ ਸਿਫਾਰਸ਼ ਮੈਨੂੰ ਲੱਗੀ ਉਹ ਇਹ ਹੈ, ਉਹ ਕਹਿੰਦੇ ਵੀ ਜਿਹੜਾ ਵੀ ਕੋਈ ਵਿਅਕਤੀ ਜੀ ਕਿਸੇ ਵੀ ਧਰਮ ਦੇ ਖਿਲਾਫ ਬੋਲਦਾ ਹੈ, ਕਿਸੇ ਵੀ ਧਰਮ ਨੂੰ ਜਾਂ ਕਿਸੇ ਧਾਰਮਿਕ ਸ਼ਖਸੀਅਤ ਨੂੰ ਬਦਨਾਮ ਕਰਦਾ ਹੈ ਤੇ ਬਦਨਾਮ ਕਰਨ ਤੋਂ ਬਾਅਦ ਫਿਰ ਉਹ ਕਹਿੰਦਾ ਮੈਨੂੰ ਸਿਕਿਉਰਿਟੀ ਥ੍ਰੈਟ ਹੈ, ਮੈਨੂੰ ਸਿਕਿਉਰਿਟੀ ਦਿਓ, ਉਹਨੂੰ ਕਹਿੰਦੇ ਬਿਲਕੁਲ ਨਹੀਂ ਦੇਣੀ ਚਾਹੀਦੀ। ਚੰਗੀ ਗੱਲ ਹੈ, ਇਹ ਬਹੁਤ ਵਧੀਆ ਗੱਲ ਹੈ, ਉਹਨਾਂ ਦੀ ਬਹੁਤ ਵਧੀਆ ਗੱਲ ਹੈ, ਕਿਉਂਕਿ ਜ਼ਿਆਦਾ ਪਖੰਡ ਜਿਹੜਾ ਹੈਗਾ ਇਹਦੇ ਰਾਹੀਂ ਇਹੀ ਹੁਣ ਗਨਮੈਨ ਲੈ ਕੇ ਪਾਉਣ ਲੱਗ ਪਏ ਜੀ। ਮੈਂ ਕਹਿੰਦਾ ਇਹ ਵੀ ਜਿਵੇਂ ਪਿੱਛੇ ਜੇ ਗੱਲ ਸੁਣੋ, ਕਹਿੰਦੇ ਸੀ ਨਾ ਵੀ ਹਥਿਆਰ ਦਿਖਾਉਣਾ ਗੁਨਾਹ ਹੈ, ਵੀ ਫੇਸਬੁੱਕ ਤੇ ਨਹੀਂ ਪਾਉਣਾ, ਤੇ ਜਿਹੜੇ ਗਨਮੈਨ ਲੈ ਕੇ ਫੋਟੋਆਂ ਪਾਉਂਦੇ ਉਹ ਵੀ ਗੁਨਾਹ ਕਰੋ। ਫਿਰ ਸੁਰੱਖਿਆ ਤੁਹਾਡੀ ਦਿੱਤੀ ਹੈ, ਤੁਹਾਨੂੰ ਦਿੱਤੀ ਹੈ, ਗਨਮੈਨ ਦਿਖਾਉਣ, ਲੋਕਾਂ ਨੂੰ ਦਿਖਾਉਣ ਨੂੰ ਤਾਂ ਨਹੀਂ ਦਿੱਤੇ। ਉਹ ਨਹੀਂ ਦਿਖਾਉਣ ਵਾਸਤੇ ਦਿੱਤੀ ਤੇ ਜਦੋਂ ਉਹ ਜਾ ਕੇ ਕਿਸੇ ਕਾਰੋਬਾਰੀ ਅਦਾਰੇ ਦੇ ਵਿੱਚ ਲਿਜਾ ਕੇ ਉਹਨਾਂ ਗਨਮੈਨਾਂ ਨੂੰ ਖੜਾ ਕਰਦੇ ਤੇ ਉਹਨਾਂ ਦੀ ਦੁਰਵਰਤੋਂ ਕਰਦੇ, ਉਹ ਵੀ ਗੱਲ ਹੋਣੀ ਚਾਹੀਦੀ ਹੈ। ਇੱਕ ਤਾਂ ਉਹਨਾਂ ਨੇ ਜਿਹੜੀ ਐਸਟੀਮੇਟ ਕਮੇਟੀ ਨੇ ਇਹ ਖੁਲਾਸਾ ਕੀਤਾ ਤੇ ਐਸਟੀਮੇਟ ਕਮੇਟੀ ਨੇ ਇਹ ਸੁਜੈਸਟ ਕੀਤਾ ਕਿ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਜੀ। ਦੂਜੀ ਜਿਹੜੀ ਹੈਗੀ ਉਹ ਉਹਨਾਂ ਨੇ ਕਿਹਾ ਕਿ ਜਿਹੜੇ ਕੰਮ ਵਾਸਤੇ ਜਿਸ ਅਦਾਰੇ ਦੇ ਵਿੱਚ ਪੁਲਿਸ ਦੇ ਜਿਵੇਂ ਖਾਸ ਕਰਕੇ ਵੱਖ-ਵੱਖ ਮਹਿਕਮੇ ਦੇ ਹੁੰਦੇ ਹੈ ਕਿ ਇੰਟੈਲੀਜੈਂਸ ਵਾਲੇ ਬੰਦੇ, ਉਹਨਾਂ ਤੋਂ ਇੰਟੈਲੀਜੈਂਸ ਦਾ ਕੰਮ ਹੀ ਲਿਆ ਜਾਵੇ ਜੀ, ਉਹਨਾਂ ਤੋਂ ਹੋਰ ਕੋਈ ਕੰਮ ਨਾ ਲਿਆ ਜਾਵੇ। ਜਿਹੜੇ ਇਨਵੈਸਟੀਗੇਸ਼ਨ ਨਾਲ ਜੁੜੇ ਬੰਦੇ ਹੋਏ ਆ ਉਹਨਾਂ ਤੋਂ ਇਨਵੈਸਟੀਗੇਸ਼ਨ ਦਾ ਕੰਮ ਹੀ ਲਿਆ ਜਾਵੇ। ਲਾਅ ਐਂਡ ਆਰਡਰ ਨਾਲ ਜੁੜੇ ਹੋਏ ਬੰਦੇ ਉਹਨਾਂ ਤੋਂ ਲਾਅ ਐਂਡ ਆਰਡਰ ਨਾਲ ਸੰਬੰਧਿਤ ਕੰਮ ਹੀ ਲਿਆ ਜਾਵੇ ਜੀ। ਇਹ ਵੀ ਉਹਨਾਂ ਨੇ ਸੁਜੈਸਟ ਕੀਤੀ ਹੈ। ਤੇ ਅਗਲੀ ਗੱਲ ਜਿਹੜੀ ਮੈਂ ਕਹਿੰਦਾ ਵੀ ਬਹੁਤ ਵਧੀਆ ਹੁੰਦਾ ਜੇ ਉਹ ਸੁਜੈਸਟ ਕਰ ਦਿੰਦੇ ਕਿ ਜਿੰਨੀ ਸਟਰੈਂਥ ਅਫਸਰਾਂ ਦੀ ਹੈ ਜੀ, ਅਫਸਰਾਂ ਦੀ ਸਟਰੈਂਥ ਦੇ ਮੁਤਾਬਕ ਥੱਲੇ ਜਿਹੜਾ ਹੈਗਾ ਨਫਰੀ ਦਾ ਪ੍ਰਬੰਧ ਵੀ ਕੀਤਾ ਜਾਵੇ। ਬਿਲਕੁਲ ਦਾਨੇਵਾਲੀਆ ਸਾਹਿਬ, ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਖੜੀ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਕੀਤੀ ਜੀ। ਮੀਟਿੰਗ ਕਰਕੇ ਤੇ ਉਹਨਾਂ ਨੇ ਜਾ ਕੇ ਗੱਲ ਕਹੀ ਜੀ ਅਸੀਂ ਕਰੀਏ ਕਿ ਸਾਡੇ ਕੋਲ ਤਾਂ ਫੋਰਸ ਘੱਟ ਹੈ ਤੇ ਉਹ ਕਹਿੰਦੇ ਜੀ ਚਲੋ ਠੀਕ ਹੈ, ਬਹੁਤ ਵਧੀਆ ਗੱਲ ਕੀਤੀ। ਜੋ ਇਹਨਾਂ ਨੇ ਮੰਗਿਆ ਤੇ ਉਹਨਾਂ ਨੇ ਕਹਿੰਦਾ ਲਓ ਜੀ ਤੁਹਾਨੂੰ ਅਸੀਂ ਸੈਂਟਰਲ ਫੋਰਸਸ ਦੇ ਦਿੱਤੀਆਂ ਜੀ। ਹੁਣ ਸੈਂਟਰਲ ਫੋਰਸਸ ਆ ਗਈਆਂ ਵੀ, ਸੈਂਟਰਲ ਫੋਰਸਸ ਚਲੋ ਚੌਕਾਂ 'ਚ ਖੜੀਆਂ ਵੀ, ਨਾਕਿਆਂ 'ਤੇ ਲਾਏ ਵੀ, ਉਹਨਾਂ ਦੇ ਕੋਲੇ ਹਥਿਆਰ ਵੀ ਹੈਗੇ, ਉਹਨਾਂ ਦੇ ਕੋਲੇ ਆਪਦੀਆਂ ਗੱਡੀਆਂ ਵੀ ਹੈਗੀਆਂ। ਵੈਸੇ ਕੁਝ ਗੱਡੀਆਂ ਦਾ ਪ੍ਰਬੰਧ ਸਾਨੂੰ ਆਪ ਨੂੰ ਵੀ ਕਰਨਾ ਪੈਂਦਾ, ਉਹ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਜਾਂਦਾ ਹੈ। ਇਹ ਜਿਹੜੀ ਫੋਰਸ ਅਸੀਂ ਬਾਹਰੋਂ ਲੈ ਕੇ ਆਉਣੇ ਆ ਤੇ ਜੇ ਸਾਡੇ ਆਪਣੇ ਹੀ ਕੁੜੀਆਂ ਮੁੰਡੇ ਭਰਤੀ ਕੀਤੇ ਹੁਣ ਉਹਨਾਂ ਤੋਂ ਕਿਉਂ ਨਹੀਂ ਕੰਮ ਹੋ ਸਕਦਾ। ਠੀਕ ਹੈ, ਤੁਸੀਂ ਇਹ ਦੇਖੋ ਪਿਛਲੇ ਸਮੇਂ 'ਚ ਇਹ ਗੱਲਾਂ ਆਉਂਦੀਆਂ ਰਹੀਆਂ ਕਿ ਚਾਹੇ ਕੈਪਟਨ ਦੀ ਸਰਕਾਰ ਸੀ, ਚਾਹੇ ਬਾਦਲਾਂ ਦੀ ਸਰਕਾਰ ਸੀ,
ਜਿਹੜੇ ਬੰਦੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਵਿੱਚ ਕੰਮ ਕਰਦੇ ਸੀ ਹੂੰ ਉਹ ਬੰਦੇ ਜਦੋਂ ਉਧਰੋਂ ਮਤਲਬ ਥੋੜਾ ਜਿਹਾ ਉਹਨਾਂ ਨੂੰ ਲਾਂਭੇ ਕਰਦੇ ਆ, ਉਹਨਾਂ ਦੀ ਉਮਰ ਵੱਡੀ ਹੋ ਜਾਂਦੀ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਇੱਧਰ ਲੈ ਲੈਂਦੇ ਤੇ ਉਹਨਾਂ ਨੂੰ ਆ ਕੇ ਮਰਜ ਕਰ ਦਿੱਤਾ ਜਾਂਦਾ। ਔਰ ਸਾਡੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਉਹ ਤਰੱਕੀਆਂ ਰੁਕਦੀਆਂ ਤੇ ਤੁਸੀਂ ਪੰਜਾਬ ਦੇ ਵਿੱਚੋਂ ਕੀ ਤੁਹਾਨੂੰ ਗੱਭਰੂ ਨਹੀਂ ਮਿਲਦੇ, ਕੀ ਤੁਹਾਨੂੰ ਮੁਟਿਆਰਾਂ ਨਹੀਂ ਮਿਲਦੀਆਂ, ਇਹ ਵੀ ਗੱਲ ਕਰ ਲੈਣੀ ਚਾਹੀਦੀ ਹੈ। ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਐਸਟੀਮੇਟ ਕਮੇਟੀ ਦੀਆਂ ਸਿਫਾਰਸ਼ਾਂ ਜਿਹੜੀਆਂ ਉਹ ਚੰਗੀਆਂ, ਕਮੀਆਂ ਪੇਸ਼ੀਆਂ ਥੋੜੀਆਂ ਬਹੁਤੀਆਂ ਰਹਿ ਜਾਂਦੀਆਂ ਔਰ ਇਹਦੇ ਤੇ ਡਿਬੇਟ ਹੋਣੀ ਚਾਹੀਦੀ ਹੈ ਅਸੈਂਬਲੀ ਦੇ ਵਿੱਚ। ਬਿਲਕੁਲ ਹੋਣੀ ਚਾਹੀਦੀ ਹੈ। ਡਿਬੇਟ ਹੋਣ ਤੋਂ ਬਾਅਦ ਅਸੈਂਬਲੀ ਦੇ ਵਿੱਚ ਸਾਰਾ ਕੁਝ ਦੇਸ਼ ਦੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ। ਹੁਣ ਐਸਟੀਮੇਟ ਕਮੇਟੀ ਦੀ ਰਿਪੋਰਟ ਆਪਾਂ ਪੜ੍ਹ ਲਈ, ਆਪਾਂ ਉਹਦੀ ਗੱਲ ਕਰ ਰਹੇ ਹਾਂ, ਸਾਰੇ ਲੋਕ ਤਾਂ ਇਹਨੂੰ ਪੜ੍ਹ ਵੀ ਨਹੀਂ ਸਕਦੇ, ਉਹਨਾਂ ਨੂੰ ਪਤਾ ਵੀ ਨਹੀਂ ਐਸਟੀਮੇਟ ਕਮੇਟੀ ਕੀ ਹੈ। ਜੇ ਐਸਟੀਮੇਟ ਕਮੇਟੀ ਦੀ ਰਿਪੋਰਟ ਉੱਤੇ ਤੁਸੀਂ ਅਸੈਂਬਲੀ 'ਚ ਬਹਿਸ ਕਰੋਗੇ ਤਾਂ ਲੋਕਾਂ ਨੂੰ ਪਤਾ ਲੱਗਣਾ, ਤਾਂ ਉਹਦੇ ਤੇ ਫਿਰ ਜਿਹੜਾ ਹੈਗਾ ਲੋਕ ਸੁਚੇਤ ਹੋਣਗੇ ਤੇ ਲੋਕ ਕੱਲ੍ਹ ਨੂੰ ਤੁਹਾਨੂੰ ਸਵਾਲ ਵੀ ਕਰਨਗੇ ਜੀ। ਬੜੀ ਵਧੀਆ ਗੱਲ ਲੱਗੀ ਮੈਨੂੰ, ਭਗਵੰਤ ਮਾਨ ਹੋਰਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਜਦੋਂ ਇਹਨਾਂ ਨੇ ਪਾਰਲੀਮੈਂਟ ਦੀ ਚੋਣ ਲੜੀ, ਇੱਕ ਵਾਰੀ ਲੜੀ, ਦੂਜੀ ਵਾਰੀ ਲੜੀ ਤੇ ਇਹਨਾਂ ਨੇ ਲੋਕਾਂ ਨੂੰ ਸੁਚੇਤ ਕੀਤਾ। ਉਹ ਕਹਿੰਦੇ ਵੀ ਮੈਂ ਜਦੋਂ ਹਲਕੇ 'ਚ ਜਾਂਦਾ ਤਾਂ ਮੈਨੂੰ ਆਮ ਲੋਕ ਜਿਹੜੇ ਹੈਗੇ ਉਹ ਧੰਨਵਾਦ ਕਰਦੇ ਵੀ ਮਾਨ ਸਾਹਿਬ ਬਹੁਤ ਵਧੀਆ ਕੀਤੀ, ਤੁਸੀਂ ਸਾਨੂੰ ਸਵਾਲ ਪੁੱਛਣ ਲਾਤਾ। ਅੱਛਾ ਜੀ। ਤੇ ਅਸੀਂ ਵੱਡੇ ਵੱਡੇ ਬੰਦਿਆਂ ਨੂੰ ਗਦੀ ਗੇਟ ਪਾ ਲੈਂਦੇ ਹਾਂ, ਪਰ ਹੁਣ ਆਪ ਪਏ ਖੜੇ। ਚਲੋ ਉਹ ਤਾਂ ਵੱਖਰੀ ਗੱਲ ਹੈ ਨਾ ਵੀ ਚੱਲ ਸਵਾਲ ਪੁੱਛਣ ਤਾਂ ਲਾਤਾ, ਤੇ ਜੇ ਅਸੀਂ ਉਹਨਾਂ ਨੂੰ ਐਜੂਕੇਟ ਕਰਾਂਗੇ, ਉਹਨਾਂ ਨੂੰ ਇਹ ਦੱਸਾਂਗੇ ਕਿ ਅਸੈਂਬਲੀ ਦੇ ਵਿੱਚ ਆਹ ਮਾਮਲਾ ਅਸੀਂ ਡਿਸਕਸ ਕੀਤਾ ਹੈ, ਤਾਂ ਫਿਰ ਲੋਕ ਉੱਥੇ ਸਵਾਲ ਵੀ ਕਰਨਗੇ ਕਿ ਭਾਈ ਆ ਜਿਹੜੇ ਗਨਮੈਨ ਲੈ ਕੇ ਡਰਾਉਂਦੇ ਫਿਰਦੇ ਉਹ ਸਾਡੇ ਪੈਸਿਆਂ ਦੇ ਹੈ, ਤੁਹਾਡੇ ਸਾਡੇ ਪੈਸਿਆਂ ਦੇ ਤੇ ਤੁਸੀਂ ਕਿਉਂ ਰੱਖੇ ਵੇ ਆ ਇਹਨਾਂ ਨੇਤਾ ਜੀ, ਇਹ ਦੱਸੋ। ਜਿਹਨੂੰ ਕੋਈ ਕੁੱਤਾ ਵੀ ਭੌਂਕਦਾ ਨਹੀਂ, ਗਨਮੈਨ ਉਹ ਵੀ ਲਈ ਫਿਰਦੇ, ਉਹਨਾਂ ਨੂੰ ਗਨਮੈਨ ਦਾ ਸਿੰਬਲ ਆਫ ਸਟੇਟਸ ਜਿਹੜਾ ਬਣਾਇਆ ਹੋਇਆ ਬੰਦ ਹੋਣਾ ਚਾਹੀਦਾ ਜੀ। ਬਿਲਕੁਲ ਢਿੱਲੋਂ ਸਾਹਿਬ, ਜਿਹੜਾ ਸਟੇਟਸ ਸਿੰਬਲ ਬਣ ਗਿਆ ਨਾ ਇਹ ਵੀ ਗਨਮੈਨ ਲੈਣੇ, ਫਿਰ ਗਾਂ ਟੋਲ ਬਚਾਉਣਾ, ਗਨਮੈਨਾਂ ਨੂੰ ਡਰਾਈਵਰ ਦੇ ਤੌਰ ਤੇ ਵਰਤਣਾ, ਉਹ ਉੱਤਰ ਕੇ ਤੁਹਾਡੀ ਬਾਰੀ ਖੋਲੇ ਹੈਂਜੀ, ਉਹ ਫਿਰ ਲੋਕਾਂ ਨੂੰ ਐਂ ਲੱਗੇ ਪਤਾ ਨਹੀਂ ਕਿੱਡਾ ਕੁ ਵੱਡਾ ਬੰਦਾ ਆ ਗਿਆ ਹੈਂਜੀ। ਤੁਹਾਨੂੰ ਪਤਾ ਆਪਣੇ ਬਠਿੰਡੇ ਦਾ ਇੱਕ ਬੰਦਾ ਜਾਲੀ ਸਕਾਟ ਵੀ ਬਣਾਈ ਫਿਰਦਾ ਹੁੰਦਾ। ਉਹ ਦਾਨੇ ਵਾਲੀ ਸਭ ਗੱਲ ਇਹਨਾਂ ਨੂੰ ਜੋ ਗਨਮੈਨ ਨੂੰ ਕਹਿੰਦੇ ਜੀ ਆ ਬੱਚੇ ਨੂੰ ਸਕੂਲ ਛੱਡਿਆ, ਉਹ ਗਾਂ ਜਾਂਦਾ ਬੱਚਾ, ਛੋਟੇ ਬੱਚੇ ਹੁੰਦੇ ਤੇ ਉਧਰੋਂ ਬੱਚੇ ਦਾ ਜਿਹੜੀ ਹੈਗੀ ਨਲੀ ਆ ਜਾਂਦੀ ਹੈ ਤੇ ਗਨਮੈਨ ਵਿਚਾਰੇ ਨਲਗਾ ਪੂੰਝਦੇ ਫਿਰਦੇ ਆ। 80,000 ਰੁਪਇਆ ਤਨਖਾਹ ਮਿਲਦੀ ਹੈ ਉਹਨਾਂ ਨੂੰ, ਕੰਮ ਉਹਨਾਂ ਦੇ ਕਿਹੋ ਜਿਹਾ ਲਾਇਆ ਵਾ। ਇਹ ਮਤਲਬ ਇਹਨਾਂ ਚੀਜ਼ਾਂ ਤੋਂ ਬਚਾਉਣਾ ਚਾਹੀਦਾ। ਜਿਹੜੀ ਫੋਰਸ ਜਿਸ ਕੰਮ ਵਾਸਤੇ ਬਣਾਈ ਹੈ ਤਾਂ ਉਹੀ ਕੰਮ ਲੈਣਾ ਚਾਹੀਦਾ। ਡਿਸਟ੍ਰਿਕਟ ਬੁਲੇਵਾਰਡ ਬੇਕਰਸਫੀਲਡ ਦੇ ਉੱਤੇ ਜੀ ਬਰਾੜ ਪੈਲੇਸ ਖੁੱਲ੍ਹ ਗਿਆ। 1000 ਗੈਸਟ ਦੀ ਕਪੈਸਿਟੀ ਹੈ ਜੀ। ਛੋਟੇ ਕਮਰੇ ਵੀ ਉਪਲਬਧ ਨੇ। 6619103677 ਦੇ ਉੱਤੇ ਭਰਪੂਰ ਸਿੰਘ ਬਰਾੜ ਹੋਰਾਂ ਦੇ ਨਾਲ ਗੱਲ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ। ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਐਡਵਰਟੀਜ਼ਮੈਂਟ ਦੇਣੀ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98750
775 070 ਪਲੱਸ 91 ਇੰਡੀਆ ਦਾ ਕੋਡ ਲਾਉਣਾ WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 070 DH ਰੀਅਲ ਏਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਤੇ ਢਿੱਲੋਂ ਸਾਹਿਬ, ਆਪਾਂ ਕਿੰਨਾ ਵੀ ਅੱਗੇ ਵੱਧ ਜਾਈਏ, ਪਰ ਦੇਖੋ ਇਹਦੇ ਵਿੱਚ ਮੀਡੀਆ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ। ਇੱਕ ਅਖਬਾਰ ਤਾਂ ਬਹੁਤ ਮਸ਼ਹੂਰ ਸੀ, ਉਹਨੇ ਸਿਰਫ ਪਹਿਲਾਂ, ਹੁਣ ਤਾਂ ਚਲੋ ਗੱਲਾਂ ਘੱਟ ਗਈਆਂ, ਉਹਨੇ ਹੱਥ ਦੇਖਣ ਵਾਲੀਆਂ 5 ਮਿੰਟ ਦੇ ਵਿੱਚ ਸਮੱਸਿਆ ਹੱਲ ਕਰਾਉਣਾ, ਵਸ਼ੀਕਰਨ, ਉਹ ਲਿਖਦੇ ਸੀ। ਹੁਣ ਤਾਂ ਹਰੇਕ YouTube ਚੈਨਲ ਲਗਭਗ ਇਹ ਵਸ਼ੀਕਰਨ ਵਾਲਿਆਂ ਦੇ ਸਹਾਰੇ ਹੀ ਚੱਲੀ ਜਾਂਦਾ। ਉਹ ਪੁੱਠਾ ਲੋਕਾਂ ਨੂੰ ਸਲਾਹ ਤਾਂ ਕੀ ਦੇਣੀ ਹੈ। ਵਸ਼ੀਕਰਨ ਦਾ ਮਾਮਲਾ ਜਿਹੜਾ ਉੱਤੇ ਲਿਖਿਆ ਹੋਊਗਾ ਵੀ ਅਸੀਂ ਇੱਕ ਗਾਂਹ ਵਧੂ ਗੱਲ ਕਰਦੇ, ਹੁਣ ਇੱਕ ਪਾਸੇ ਗੁਰੂ ਮਹਾਰਾਜ ਦੀ ਗੱਲ, ਪ੍ਰਚਾਰ ਦੀ ਗੱਲ ਕਰ, ਥੱਲੇ ਲਿਖਿਆ ਹੁੰਦਾ ਵੀ 5 ਮਿੰਟ ਮੇਂ ਹਰ ਸਮੱਸਿਆ ਦਾ ਹੱਲ ਪਾਏ। ਕਹਿੰਦੇ ਇਹੋ ਜਿਹੀ ਸਮੱਸਿਆ ਦਾ ਹੱਲ ਕਰਾਉਂਦੇ ਨੇ ਇੱਕ ਬੰਦੇ ਨੇ ਆਪਦਾ ਘਰ ਹੀ ਉਜਾੜ ਲਿਆ। ਬਿਲਕੁਲ ਦਾਨੇਲੀਆ ਸਾਹਿਬ, ਇਹ ਕੰਮ ਜਿਹੜਾ ਹੈਗਾ ਲੁਧਿਆਣੇ ਦੇ ਕੋਲ ਦਾ ਹੈ ਜੀ, ਔਰ ਉੱਥੇ ਪਿੰਡ ਹੈ ਗੋਸਲਾ। ਕਿਹੜਾ ਜੀ? ਗੋਸਲਾ ਪਿੰਡ ਹੈ। ਗੋਸਲਾ, ਅੱਛਾ। ਗੋਸਲੇ ਪਿੰਡ ਦਾ ਇੱਕ ਸ਼ਖਸ ਹੈ, ਹੂੰ, ਤੇ ਉਹ ਸ਼ਖਸ ਜਿਹੜਾ ਹੈਗਾ ਟੂਣੇ ਟਾਮਣ ਵਾਲੇ ਬਾਬੇ ਦੇ ਕੋਲੇ ਜਾਂਦਾ ਹੁੰਦਾ ਸੀ। ਅੱਛਾ ਜੀ। ਉਹਨੇ ਜਾ ਕੇ ਬਾਬੇ ਨੂੰ ਦੱਸਿਆ ਜੀ ਮੈਂ ਦੁਖੀ ਬਹੁਤ ਆ, ਮੇਰਾ ਹਾਲ ਬੜਾ ਮਾੜਾ ਹੈ। ਗੁਰਦੀਪ ਸਿੰਘ ਉਹਦਾ ਨਾਮ ਸੀ, ਤੇ ਮੈਨੂੰ ਕੋਈ ਨਾ ਕੋਈ ਦੱਸੋ ਤੁਸੀਂ ਉਪਾਅ ਜੀ। ਤੇ ਬਾਬਿਆਂ ਦਾ ਤੁਹਾਨੂੰ ਪਤਾ ਵੀ ਉਪਾਅ ਇਹਨਾਂ ਦੇ ਹੱਥ ਹੁੰਦਾ ਹੀ 5 ਮਿੰਟਾਂ 'ਚ ਕਰ ਦਿੰਦੇ ਨਾਲ ਦੀ ਨਾਲ ਹੀ ਕਹਿਤਾ। ਉਹ ਕਹਿੰਦਾ ਭਗਤਾ ਕਹਾਣੀ ਇਹ ਹੈ ਕਿ ਤੈਨੂੰ 5 ਸਾਲ ਦੀ ਜਿਹੜੀ ਆਪਣੀ ਬੱਚੀ ਹੈ ਇਹਦੀ ਬਲੀ ਦੇਣੀ ਪੈਣੀ ਹੈ। ਬੱਲੇ ਬੱਲੇ, ਜੇ ਤੂੰ ਬੱਚੀ ਦੀ ਬਲੀ ਦੇ ਦੇਂਗੇ ਤਾਂ ਤੇਰਾ ਸਾਰਾ ਕੁਝ ਠੀਕ ਹੋ ਜਾਊਗਾ। ਇਹ ਜਿਹੜਾ ਗੁਰਦੀਪ ਸਿੰਘ ਹੈ ਜੀ, ਇਹਦਾ ਇੱਕ ਭਰਾ ਹੈ, ਬੰਦਾ ਉਹ ਚੰਗਾ ਹੈ, ਗੁਰਚਰਨ ਸਿੰਘ, ਤੇ ਇਹਨੇ ਆ ਕੇ ਆਪਦੇ ਭਰਾ ਕੋਲੇ ਗੱਲ ਕੀਤੀ ਕਿ ਮੈਨੂੰ ਸਿਆਣੇ ਨੇ ਆ ਗੱਲ ਕਹੀ ਹੈ। ਅੱਛਾ। ਭਰਾ ਨੇ ਇਹਨੂੰ ਡਾਂਟਿਆ, ਤਾੜਿਆ, ਕਹਿੰਦਾ ਵੇਖੀ ਕਿਤੇ ਇਹ ਕੰਮ ਨਾ ਕਰ ਲਈ। ਹਾਂ, ਐਵੇਂ ਬੱਚੀ ਦੀ ਖਾਮਖਾ ਜਾਣ ਨਾ, ਕਹਿੰਦੇ ਵਹਿਮ ਪ੍ਰਸਤੀ ਚ ਪੈਣ ਦੀ ਕੋਈ ਲੋੜ ਨਹੀਂ, ਤੂੰ ਬਾਚੇ ਨਾ ਕਮਾ। ਖੈਰ ਗੱਲ ਇਹ ਵੀ ਭਰਾ ਨੇ ਤਾੜਤਾ। ਭਰਾ ਹੁਣ 24 ਘੰਟੇ ਤਾਂ ਨਾਲ ਨਹੀਂ ਰਹਿ ਸਕਦਾ ਸੀ। ਕੱਲ ਸਵੇਰ ਦੀ ਗੱਲ ਹੈ ਜੀ, ਸੋਮਵਾਰ ਦੀ, ਤੇ ਉਹਨੇ ਆਪਦੀ ਬੱਚੀ ਨੂੰ ਤੇ ਆਪਣੇ ਬੇਟੇ ਨੂੰ ਨਾਲ ਲਿਆ, ਮੋਟਰਸਾਈਕਲ ਤੇ ਬਿਠਾਇਆ ਦੋਨਾਂ ਨੂੰ, ਤੇ ਘਰੋਂ ਨਿਕਲ ਗਿਆ। ਅੱਛਾ ਜੀ। ਕਿਉਂਕਿ ਬੇਟਾ ਨਾਲ ਸੀ, ਇਸ ਕਰਕੇ ਭਰਾ ਨੂੰ ਸ਼ੱਕ ਨਾ ਪਿਆ ਵੀ ਦੋਨਾਂ ਬੱਚਿਆਂ ਨੂੰ ਲੈ ਕੇ ਜਾਂਦਾ, ਕਿਤੇ ਕੰਮ ਧੰਦੇ ਗਿਆ ਹੋਣਾ। ਨਹਿਰ ਤੇ ਲੈ ਗਿਆ, ਤੇ ਨਹਿਰ ਤੇ ਲਿਜਾ ਕੇ ਨਾਰੀਅਲ ਤੋੜਨ ਦੇ ਬਹਾਨੇ ਉੱਥੇ ਰੋਕਿਆ ਵੀ ਆਪਾਂ ਨਾਰੀਅਲ ਤੋੜਦੇ ਆ ਜੀ। ਬੱਚੇ ਨੂੰ ਕਰਤਾ ਪਾਸੇ, ਤੇ ਧੀ ਨੂੰ ਜਿਹੜੀ ਹੈਗਾ ਚੱਕ ਕੇ ਨਹਿਰ ਚ ਠੋਕਿਆ। ਤੇ ਉਸ ਤੋਂ ਬਾਅਦ ਬੱਚੇ ਨੂੰ ਲੈ ਕੇ ਆਪਣੇ ਘਰ ਆ ਗਿਆ। ਉਹ ਜਦੋਂ ਭਰਾ ਨੇ ਦੇਖਿਆ, ਗੁਰਚਰਨ ਨੇ, ਵੀ ਆ ਗਿਆ ਤੇ ਮੁੰਡਾ ਨਾਲ ਹੈ, ਕੁੜੀ ਨਹੀਂ ਦਿਖਦੀ ਜੀ। ਦਾਨੇਲੇ ਸਭ ਨੂੰ ਡਾਊਟ ਨਾਲ ਦੀ ਨਾਲ ਹੀ ਪੈ ਗਿਆ, ਚੱਲ ਕਰਿਆ ਕੰਮ। ਉਹਨੇ ਪੁੱਛਿਆ ਉਹਨੂੰ ਕਿੱਧਰ ਲੜਕੀ ਕਿੱਧਰ ਗਈ, ਤੇ ਜਦੋਂ ਉਹਨੇ ਕੁਝ ਤਸੱਲੀ ਬਖਸ਼ ਜਵਾਬ ਨਾ ਦਿੱਤਾ, ਇਮੀਡੀਏਟ ਉਹਨੇ ਪੁਲਿਸ ਨੂੰ ਇਨਫੋਰਮ ਕਰਤਾ। ਪੁਲਿਸ ਆ ਗਈ। ਪੁਲਿਸ ਨੇ ਆ ਕੇ ਜਦੋਂ ਉਹਨੂੰ ਪਤਾ ਲੱਗਿਆ ਵੀ ਹੁਣ ਮੇਰਾ ਭਰਾ ਨਿਕਲ ਗਿਆ ਘਰੋਂ ਤੇ ਪੁਲਿਸ ਨੂੰ ਦੱਸੂਗਾ, ਉਸੇ ਵੇਲੇ ਆਪਦੀ ਵਾਈਫ ਨੂੰ ਬਹਾਇਆ ਮੋਟਰਸਾਈਕਲ ਤੇ ਘਰੋਂ ਰਫੂ ਚੱਕਰ ਦੀ ਚੱਲ ਪਏ। ਪੁਲਿਸ ਨੂੰ ਉਹਨੇ ਇਨਫੋਰਮ ਕਰਤਾ, ਚਲੋ ਭਲਾ ਹੋਵੇ ਉਹਨਾਂ ਪੁਲਿਸ ਵਾਲਿਆਂ ਦਾ ਜਿਨ੍ਹਾਂ ਨੇ ਬੜੀ ਮੁਸਤੈਦੀ ਦਿਖਾਈ ਤੇ ਤੇਜ਼ੀ ਦਿਖਾਈ। ਅੱਛਾ ਜੀ। ਉਹਨਾਂ ਨੇ ਮਗਰੇ ਲਾ ਲਈਆਂ ਨਾਲ ਦੀ ਨਾਲ ਹੀ ਆਪਣੀਆਂ ਸਾਧਨ, ਤੇ ਬਹੁਤੀ ਲੰਬੀ ਦੂਰ ਨਹੀਂ ਜਾਣ ਦਿੱਤਾ, ਤੇ ਕਾਬੂ ਕਰ ਲੈਂਦਾ। ਮੁਸ਼ਕਾਂ ਦੀਆਂ ਲਈਆਂ ਬੰਨ। ਉਹਨਾਂ ਨੇ ਸਾਰਾ ਕੁਛ ਆਪਦਾ ਮੁਕੰਮਲ ਸਬੂਤ ਵਗੈਰਾ ਇਕੱਠੇ ਕਰਕੇ ਉਹਨਾਂ ਦੀ ਗ੍ਰਿਫਤਾਰੀ ਬਕਾਇਦਾ ਪਾਤੀ ਹੈ। ਗੱਲ ਹੁਣ ਤੁਹਾਡੀ ਠੀਕ ਹੈ ਕਿ ਬਹੁਤੇ ਜਿਹੜੇ ਹੈਗੇ ਪਹਿਲਾਂ ਅਖਬਾਰਾਂ 'ਚ ਕੰਮ ਚੱਲਦਾ ਹੁੰਦਾ ਸੀ, ਅੱਜ ਕੱਲ੍ਹ ਜਿਹੜੇ ਹੈਗੇ ਬਹੁਤ ਸਾਰੇ ਵੈਬ ਚੈਨਲ ਜਿਹੜੇ ਹੈਗੇ ਆ ਉਹ ਇਹਨਾਂ ਬਾਬਿਆਂ ਦੇ ਸਹਾਰੇ ਹੀ ਚੱਲਦੇ, ਉਹਨਾਂ ਦੇ ਸਹਾਰੇ ਹੀ ਚੱਲਦੇ। ਪਰ ਫਿਰ ਵੀ ਇਸ ਹਨੇਰਗਰਦੀ ਦੇ ਵਿੱਚ ਕੁਝ ਚਮਕਦੇ ਜੁਗਨੂ ਵੀ ਹੈਗੇ ਜਿਹੜੇ ਪਹਿਲਾਂ ਹੀ ਇਹ ਗੱਲ ਕਹਿੰਦੇ ਆ ਕਿ ਅਸੀਂ ਸਭ ਕੁਝ ਕਰਨ ਨੂੰ ਤਿਆਰ ਆ, ਅਸੀਂ ਆਪਣੀ ਐਡ ਵੀ ਲੈਣੇ ਆ, ਲੇਕਿਨ ਟੂਣੇ ਟਾਮਣ ਵਾਲਿਆਂ ਨੂੰ ਅਸੀਂ ਨੇੜੇ ਨਹੀਂ ਖੜੇ ਹੋਣ ਦਿੰਦੇ। ਆਪਾਂ ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਦੇ। ਅਸੀਂ ਨਹੀਂ ਕਹਿੰਦੇ ਕਿ ਅਸੀਂ ਨਹੀਂ ਕਰਦੇ, ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਪਤਾ ਕਿ ਅਸੀਂ ਕਿਸ ਕਿਸਮ ਦਾ ਮਤਲਬ ਜਿਹੜਾ ਹੈਗਾ ਐਡ ਲੈਂਦੇ ਹਾਂ ਤੇ ਕਿਹੜੀ ਐਡ ਅਸੀਂ
ਪ੍ਰਸਾਰਿਤ ਪ੍ਰਸਾਰਿਤ ਕਰਦੇ ਕਰਦੇ। ਲੇਕਿਨ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਇਸ ਕਿਸਮ ਦੀ ਗੱਲ ਕਰਦੇ ਆ, ਮੇਰੇ ਖਿਆਲ ਮੁਤਾਬਕ ਪਾਪ ਕਰਨ ਵਾਲਿਆਂ ਨਾਲੋਂ ਪਾਪ ਨੂੰ ਪ੍ਰਮੋਟ ਕਰਨ Promote ਕਰਨ ਵਾਲੇ ਵਾਲੇ ਜ਼ਿਆਦਾ। ਵੱਡੇ ਦੋਸ਼ੀ ਹੈ। ਔਰ ਇਹਦੇ 'ਤੇ ਚਾਹੀਦਾ ਵੀ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੀ ਇਹ ਬਿਮਾਰੀ ਹੈ, ਕਿਉਂਕਿ ਆ ਹੁਣ ਤੁਸੀਂ ਦੇਖੋ ਕਿੰਨੇ ਬਾਬੇ ਹੈ, ਹਾਂ ਇਹ ਦੇਖ ਲਓ। ਬੰਗਾਲੀ ਬਾਬਾ ਜੀ, ਇਹ ਅਸਾਮੀ ਬਾਬਾ ਜੀ, ਇਹਨਾਂ ਦੇ ਵਿੱਚ ਆ ਹੈ ਜੀ, ਤੁਹਾਡਾ ਆਹ ਕਰ ਦੇਣਗੇ, ਇਹ ਕਰ ਦੇਣਗੇ। ਇਹ ਜਿੰਨਾ ਪ੍ਰਚਾਰ ਪ੍ਰਸਾਰ ਜਿਹੜਾ ਇਲੈਕਟ੍ਰੋਨਿਕ ਜਾਂ ਡਿਜੀਟਲ ਸਿਸਟਮ ਦੇ ਰਾਹੀਂ ਚੱਲਦਾ ਹੈ, ਜਿਹੜੇ ਡਿਜੀਟਲ ਪਲੇਟਫਾਰਮ ਇਹ ਗੱਲ ਕਰਦੇ ਆ, ਪਹਿਲਾਂ ਉਹਨਾਂ ਦੀਆਂ ਮੁਸ਼ਕਾਂ ਦੇਣੀਆਂ ਚਾਹੀਦੀਆਂ ਜੀ, ਕਾਨੂੰਨੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ। ਚਲੋ ਸਾਹਿਬ, ਸਾਡੇ ਪਿੰਡ ਆਈ ਵਿਚਾਰਾ ਗਰੀਬ ਸੀਗਾ ਤੇ ਉਹ ਬਿਮਾਰ ਰਹਿਣ ਲੱਗ ਪਿਆ, ਜੀ। ਇੱਕ ਹੀ ਬਣ ਗਿਆ ਬਾਬਾ ਜੀ ਤੇ ਕਹਿੰਦਾ ਵੀ ਕੋਈ ਨਹੀਂ ਕਰਦਾ ਤੇਰਾ ਇਲਾਜ। ਢਿੱਲੋਂ ਸਾਹਿਬ ਸੱਬਲ ਗਰਮ ਕਰ ਲਈ ਤੇ ਹੱਥ 'ਚ ਫੜਾਤੀ। ਉਹ ਬੰਦੇ ਦੇ ਹੱਥ ਅੱਜ ਦੇਖ ਲਓ, ਮੇਰਾ ਹਾਣੀ ਆ ਉਹ, ਤੇ ਮੇਰੇ ਖਿਆਲ 30-35 ਸਾਲ ਹੋ ਗਏ। ਛੇੜੂ ਲੱਗਦਾ ਹੁੰਦਾ ਸੀ ਉਦੋਂ, ਜਦੋਂ ਦੇ ਹੱਥ 'ਚ ਸੱਬਲ ਫੜਾਇਆ ਤੇ ਉਹ ਤੋਂ ਸੀਰ ਨਹੀਂ ਕਿਤੇ ਲੱਗਿਆ। ਦੇਖ ਲਓ ਹਜੇ ਤੱਕ ਚਲੋ ਜਾਨ ਤਾਂ ਬਚ ਗਈ, ਜਾਨ ਬਚ ਗਈ, ਪਰ ਉਦੋਂ ਅਪਾਹਜ। ਹਾਂ, ਉਹ ਤੋਂ ਇਲਾਵਾ ਬਹੁਤ ਸਾਰੇ ਲੋਕ ਤਾਂ ਹੁਣ ਜਿਵੇਂ 5 ਸਾਲ ਦੀ ਬੱਚੀ, ਪਤਾ ਨਹੀਂ ਵਿਚਾਰੀ ਨੇ ਕੀ ਬਣਨਾ ਸੀ। ਬਿਲਕੁਲ ਬਿਲਕੁਲ ਹਾਂਜੀ, ਇਹ ਹਾਲਾਤ ਹੈ। ਹਾਂਜੀ, ਹਾਂਜੀ। ਤੇ ਹੁਣ ਕਹਿੰਦੇ ਵੀ ਡਿਫੈਂਸ ਮਿਨਿਸਟਰੀ ਕਹਿੰਦੇ ਆਪ ਆਪਣੇ ਆਪ 'ਚ ਥਾਣੇਦਾਰ ਬਣ ਗਈ ਸੀਗੀ ਤੇ ਸੁਪਰੀਮ ਕੋਰਟ ਨੂੰ ਫਿਰ ਉਹਦੇ ਵੀ ਡੰਡਾ ਖੜਕਾਉਣਾ ਪਿਆ। ਦਾਨੇਲੀਆ ਸਾਹਿਬ, ਇਹ ਗੱਲ ਜਿਹੜੀ ਹੈ ਨਾ, ਅਸਲ ਦੇ ਵਿੱਚ ਸਾਡੀ ਸੁਪਰੀਮ ਕੋਰਟ ਨੂੰ ਹੁਣ ਮੰਨਣਾ ਪੈਣਾ ਕਿ ਸੁਪਰੀਮ ਕੋਰਟ ਦੇ ਮਤਲਬ ਇੱਕ ਚੀਫ ਜਸਟਿਸ ਕਰੰਟ ਵਾਲੇ ਆ ਜਾਂਦੇ ਤੇ ਬੜਾ ਕੁਝ ਹੋ ਜਾਂਦਾ। ਅਸਲ ਦੇ ਵਿੱਚ 1 ਰੈਂਕ 1 ਪੈਨਸ਼ਨ ਦਾ ਜਿਹੜਾ ਹੈ ਮਾਮਲਾ ਬੜੇ ਲੰਬੇ ਸਮੇਂ ਤੋਂ ਚੱਲਦਾ ਸੀ। ਸੁਪਰੀਮ ਕੋਰਟ ਨੇ ਫੈਸਲਾ ਕਰਤਾ ਸੀ ਕਿ ਜਿਹੜੇ ਬੰਦੇ, ਜੀ, ਚਾਹੇ ਉਹ 2014 ਤੋਂ ਪਹਿਲਾਂ ਵਾਲੇ ਤੇ ਚਾਹੇ ਪਿਛਲੇ ਵਾਲੇ, ਜਿਹੜੇ ਬੰਦੇ ਜਿਨਨੇ ਇੱਕੋ ਰੈਂਕ ਦੇ ਉੱਤੇ ਤੇ ਇੱਕੋ ਜਿਹਾ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ, ਤਾਂ ਉਹਨਾਂ ਦੀ ਜਿਹੜੀ ਹੈਗੀ ਹੈ ਪੈਨਸ਼ਨ ਬਰਾਬਰ ਦੀ ਹੋਣੀ ਚਾਹੀਦੀ ਹੈ, ਉਹਨਾਂ ਨਾਲ ਕਿਸੇ ਕਿਸਮ ਦੀ ਵਿਤਕਰੇਬਾਜ਼ੀ ਨਹੀਂ ਹੋਣੀ ਚਾਹੀਦੀ। ਇਹ ਫੈਸਲਾ ਸੁਪਰੀਮ ਕੋਰਟ ਨੇ ਕਰਤਾ ਸੀ। ਲੇਕਿਨ ਇਸ ਜਦੋਂ ਫੈਸਲੇ ਦੇ ਉੱਤੇ ਅਮਲ ਨਹੀਂ ਆਇਆ ਤਾਂ ਫਿਰ 9 ਜਨਵਰੀ ਨੂੰ ਜੀ ਸੁਪਰੀਮ ਕੋਰਟ ਨੇ ਇੱਕ ਹੁਕਮ ਦਿੱਤਾ ਸੀ ਕਿ 15 ਮਾਰਚ ਤੱਕ 1 ਰੈਂਕ 1 ਪੈਨਸ਼ਨ ਦਾ ਜਿਹੜਾ ਸਾਰਾ ਬਕਾਇਆ ਹੈ, ਜੀ, ਉਹ ਜਿਹੜੇ ਹੈਗੇ ਆ, ਜਿਹੜੇ ਲਾਭਪਾਤਰੀ ਆ, ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ। ਲੇਕਿਨ ਹੋਇਆ ਕੀ, ਸਾਡੀ ਡਿਫੈਂਸ ਮਿਨਿਸਟਰੀ ਨੇ, ਜਿਹਨੂੰ ਆਪਾਂ ਰੱਖਿਆ ਮਿਨਿਸਟਰੀ ਵੀ ਕਹਿ ਸਕਦੇ ਹਾਂ, ਸੁਰੱਖਿਆ ਮਿਨਿਸਟਰੀ ਵੀ ਕਹਿ ਸਕਦੇ ਹਾਂ, ਇਹਨਾਂ ਨੇ 15 ਮਾਰਚ ਤੱਕ ਤਾਂ ਉਹਨਾਂ ਨੂੰ ਸਾਰਾ ਬਕਾਇਆ ਅਦਾ ਕਰਨਾ ਸੀ। ਜੀ। 20 ਜਨਵਰੀ ਨੂੰ ਇੱਕ ਕਿਸ਼ਤ ਜਾਰੀ ਕਰਨ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ। ਕਹਿੰਦੇ ਜੀ ਜਿਹੜਾ ਤੁਹਾਡਾ ਬਕਾਇਆ ਉਹ 4 ਕਿਸ਼ਤਾਂ 'ਚ ਦੇਵਾਂਗੇ। ਅੱਛਾ। ਇਹ ਮਾਮਲਾ ਜਿਹੜਾ ਹੈਗਾ ਸੁਪਰੀਮ ਕੋਰਟ 'ਚ ਆ ਗਿਆ। ਔਰ ਇਹ ਜਿਨ੍ਹਾਂ ਨੂੰ ਹੈਗਾ 1 ਜੁਲਾਈ 2014 ਤੋਂ ਬਾਅਦ ਜਿਹੜੇ ਰਿਟਾਇਰ ਹੋਏ ਆ ਬੰਦੇ, ਜੀ, ਉਹਨਾਂ ਦੀ ਜੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਵਿੱਚ ਮਿਲਾ ਲਈਏ ਤੇ ਪੈਨਸ਼ਨ, ਜਿਹੜੇ ਪੈਨਸ਼ਨਰ ਹੈ, ਉਹਨਾਂ ਦੀ ਗਿਣਤੀ ਵੱਧ ਕੇ 25 ਲੱਖ ਤੋਂ ਉੱਪਰ ਹੋ ਜਾਂਦੀ ਹੈ। ਅੱਛਾ ਜੀ। ਹੁਣ ਜਿਹੜੇ 25 ਲੱਖ ਬੰਦੇ ਹੁੰਦੇ ਹੈ, 25 ਲੱਖ ਬੰਦਿਆਂ ਦਾ ਟੋਟਲ ਜੇ ਆਪਾਂ ਦੇਖੀਏ 2019 ਤੋਂ ਲੈ ਕੇ 2022 ਤੱਕ, ਜੀ, ਇਹਨਾਂ ਦੇ ਬਕਾਏ ਦੀ ਰਕਮ ਕਿੰਨੀ ਬਣ ਜਾਣੀ ਹੈ ਜੀ? ਬਣਦੀ ਹੈ ਜਿਹੜੀ 2019 ਤੋਂ ਲੈ ਕੇ 2022 ਤੱਕ, ਜੂਨ 2022 ਤੱਕ। ਅੱਛਾ ਜੀ। ਜੁਲਾਈ 2000 ਤੋਂ ਲੈ ਕੇ ਜੂਨ 2022 ਤੱਕ ਇਹ ਬਣਦੀ ਹੈ ਜੀ ਬਕਾਏ ਦੀ ਰਕਮ 23 ਕਰੋੜ। ਅੱਛਾ ਜੀ। 23,638 ਕਰੋੜ ਤੋਂ ਵੱਧ ਬਣ ਜਾਂਦੀ ਹੈ। ਠੀਕ ਹੈ ਜੀ। ਇੰਨੀ ਇਹ ਰਕਮ ਬਣਦੀ ਹੈ ਤੇ ਇਹ ਰਕਮ ਦੇਣੀ ਪੈਣੀ ਸੀ। ਇਹਨਾਂ ਨੇ ਜਦੋਂ ਹੁਣ ਸਾਰਾ ਕੁਝ ਕਰ ਲਿਆ ਤੇ ਉਹ ਫਿਰ ਚਲੇ ਗਏ ਪੈਨਸ਼ਨਰਸ। ਅੱਛਾ ਜੀ। ਸੁਪਰੀਮ ਕੋਰਟ ਕਹਿੰਦੇ ਜੀ ਆਹ ਗੱਲ ਹੈ ਤੇ ਸਾਡਾ ਇਹ ਦੱਸੋ। ਉਹਦੇ ਤੇ ਜੀ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਤਾ ਤੇ ਅਟਾਰਨੀ ਜਨਰਲ ਸਾਹਿਬ ਸਾਡੇ ਜਿਹੜੇ ਹੈਗੇ ਬੈਂਕਟਾ ਰਮਨੀ ਜੀ, ਉਹ ਪੇਸ਼ ਹੋ ਗਏ। ਉਹ ਕਹਿੰਦੇ ਜੀ ਗੱਲ ਇਹ ਹੈ ਵੀ ਇਸ ਤਰ੍ਹਾਂ ਕਰਕੇ ਤੇ ਅਸੀਂ ਆਹ ਕੀਤਾ ਤੇ ਜਦੋਂ ਆਪਦੀ ਉਹ ਗੱਲ ਕਰਨ ਲੱਗੇ ਤੇ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਗੱਲ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ, ਅਸੀਂ ਕੋਈ ਗੱਲ ਤੁਹਾਡੀ ਸੁਣਨੀ ਨਹੀਂ। ਅੱਛਾ ਜੀ। ਪਹਿਲਾਂ ਡਿਫੈਂਸ ਸੈਕਟਰੀ ਨੂੰ ਪੇਸ਼ ਕਰੋ ਇੱਥੇ। ਡਿਫੈਂਸ ਸੈਕਟਰੀ ਆਪਦਾ ਸਾਰਾ ਹਿਸਾਬ ਕਿਤਾਬ ਲੈ ਕੇ ਆਵੇ ਵੀ ਭਾਈ ਜਿਹੜਾ ਅਸੀਂ ਹੁਕਮ ਦਿੱਤਾ ਸੀ ਜੱਕ ਮੁਸ਼ਤ ਉਹਨਾਂ ਦਾ ਬਕਾਇਆ ਦਿਓ ਜੀ। ਉਹ ਬਕਾਇਆ ਉਹਨਾਂ ਦਾ, ਬਕਾਏ ਦੀਆਂ ਕਿਸ਼ਤਾਂ ਕਾ ਦਿੱਤੀ ਜੀ। ਇਹ ਜਿਹੜੀ ਹੈਗੀ ਗੱਲ ਮੰਨ ਤੇ ਨਾਲ ਫਿਰ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ, ਉਹ ਟਿੱਪਣੀ ਬੜੀ ਮਹੱਤਵਪੂਰਨ ਹੈ। ਉਹ ਕਹਿੰਦੇ ਵੀ ਇਹ ਨਹੀਂ ਹੋ ਸਕਦਾ ਜੀ ਕਿ ਸਾਡਾ ਜਿਹੜਾ ਕਾਨੂੰਨ ਹੈ, ਜਿਹੜਾ ਅਸੀਂ ਹੁਕਮ ਕਰਤਾ, ਕਿਉਂਕਿ ਸੁਪਰੀਮ ਕੋਰਟ ਦਾ ਜਿਹੜੇ ਲਫ਼ਜ਼ ਹੈਗੇ ਜਾਂ ਸੁਪਰੀਮ ਕੋਰਟ ਦੀਆਂ ਜਿਹੜੀ ਜੱਜਮੈਂਟ ਹੈ, ਜਿਹੜੀ ਉਹਦੇ ਨਾਲ ਅੱਖਰ ਹੈ ਜੀ, ਉਹ ਆਰਡਰ ਹੈ ਔਰ ਉਹ ਕਾਨੂੰਨ ਬਣ ਜਾਂਦਾ ਆਰਡਰ ਜੀ। ਕਾਨੂੰਨ ਨੂੰ ਕਹਿੰਦੇ ਵੀ ਡਿਫੈਂਸ ਮਿਨਿਸਟਰੀ ਕੌਣ ਆ, ਉਹ ਆਪਦੇ ਹੱਥ ਲੈ ਲਵੇ। ਇਹ ਇਜਾਜ਼ਤ ਨਹੀਂ ਦਿੱਤੀ ਜਾਊਗੀ। ਆਓ ਹੁਣ ਉਹਨਾਂ ਨੇ ਜੀ ਉਹਨਾਂ ਨੂੰ ਸਮਨ ਕਰ ਲਿਆ। ਹੁਣ ਡਿਫੈਂਸ ਸੈਕਟਰੀ ਸਾਹਿਬ ਜਾਣਗੇ ਉੱਥੇ ਜਵਾਬ ਦਿੰਦੇ ਕੀ ਹੈ, ਇਹ ਹੁਣ ਆਪਾਂ ਵੇਖਾਂਗੇ ਜੀ। ਚਲੋ, ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।